अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के जुर्म अंजाम में हम आपको एक ऐसी जुर्म की दास्तान सुनाएंगे जो इकबाल टाउन के इलाके में एक नौजवान को 3 अफराद कत्ल कर देते हैं। और कत्ल होने वाला नौजवान जो है वो बहुत ही खूबसूरत दिखने में है और अपने माँ बाप का बहुत ही लाडला बेटा है। कत्ल करने वालों में एक मुलजिम जो है पुलिस इंस्पेक्टर जो स्पेशल ब्रांच में उसकी तैनाती है, उसका वो बेटा है। ये जुर्म की दास्तान है क्या? तीनों मुलजमान क्यों उस शख्स को, उस नौजवान को कत्ल करते हैं, ये सब कुछ हम आपको दिखाते हैं आज के इस प्रोग्राम में। थाना इकबाल टाउन की हदूद में एक कत्ल की वारदात होती है। एक बिल्कुल नौजवान, खूबसूरत नौजवान को जो है नामालूम वजूहात की बुनियाद पर कत्ल कर दिया जाता है। कत्ल करने वाले मुलजिम जो हैं वो पुलिस ने गिरफ़्तार भी कर लिए हैं और पुलिस अभी तक इसके बारे में तफ्तीश भी मुकम्मल नहीं कर सकी है कि मुलजमान कत्ल क्यों करते हैं और वजह इनात उनकी क्या थी। जो मकतूल है उसके लवाकिन वालिद भी हैं, भाई भी है और करीबी रिश्तेदार दीगर जो है वो भी हमारे साथ मौजूद हैं। सबसे पहले हम इस कत्ल की वारदात किस तरह से होती है ये जानने की कोशिश करते हैं। सर, बड़ा अफसोसनाक वाक़या। बेटा किन्ने साल दा सी? बेटा 23 साल ਦਾ ਸੀ। 23 साल दा सी जी। की करदा सी? ਕੰਮ ਪਹਿਲੇ ਬਾਹਰ ਗਿਆ ਸੀ, ਫਿਰ ਮੇਰੇ ਨਾਲ ਪ੍ਰਾਪਰਟੀ ਦਾ ਕਰਨ ਲੱਗ ਗਿਆ 8 ਮਹੀਨੇ ਤੋਂ। अच्छा, किन्नी उम्र सी? 23 ਸਾਲ ਉਮਰ ਸੀ ਉਹਦੀ। 23 साल उम्र सी। ਐਫਏ ਉਹਨੇ ਕੀਤਾ ਸੀ अच्छा, ਤੇ ਫਿਰ ਬਾਹਰ ਚਲਾ ਗਿਆ, ਬਾਹਰੋਂ ਆਇਆ ਤੇ 8 ਕਿ ਮਹੀਨੇ ਮੇਰੇ ਨਾਲ ਰਿਹਾ ਉਹ। तस्वीर तो उत्ते बड़ा फिट लगता है, खूबसूरत जवान। ਜਿਮ ਕਰਦਾ ਸੀ ਬਕਾਇਦਾ, ਉੱਥੇ ਬਾਹਰ ਵੀ ਔਰ ਇੱਥੇ ਵੀ। अच्छा, जिम कर रहा जिम है। कर की होया, किस तरह मर्डर होया? ਬਸ ਮਰਡਰ ਇਸ ਤਰ੍ਹਾਂ ਹੈ ਕਿ ਦੋਸਤ ਹੁੰਦਾ, ਪਿਓ ਹੁੰਦਾ ਪੁਲਿਸ ਇੰਸਪੈਕਟਰ ਹੈ। दोस्त का की नाम है? ਦੋਸਤ ਦਾ ਮੁਹੰਮਦ ਅਲੀ ਹੁੰਦਾ ਨਾਂ ਹੈ। मोहम्मद अली। ਮੁਹੰਮਦ ਅਲੀ ਨਾਂ ठीक ਤੇ है। ਕਾਫੀ ਅਰਸੇ ਬਾਅਦ 2-3 ਦਿਨ ਤੋਂ ਉਹਦੇ ਮਗਰ ਲੱਗਾ ਹੈ। नहीं, वो जड़ा मोहम्मद अली है ਉਹਦਾ ਵਾਲਿਦ ਪੁਲਿਸ ਵਿੱਚ ਪੁਲਿਸ ਇੰਸਪੈਕਟਰ ਹੈ। ਪੁਲਿਸ ਇੰਸਪੈਕਟਰ ਹੈ। ਹਾਂਜੀ, ਸਪੈਸ਼ਲ ਬ੍ਰਾਂਚ। ਪੁਲਿਸ ਇੰਸਪੈਕਟਰ ਦੇ ਬੇਟੇ ਨੇ ਕਤਲ ਜੀ ਜੀ, ਕੀਤਾ? ਪੁਲਿਸ ਇੰਸਪੈਕਟਰ ਦੇ ਬੇਟੇ ਨੇ। ਅੱਛਾ, ਪੁਲਿਸ ਇੰਸਪੈਕਟਰ ਨਾਲ 2 ਦੋਸਤਾਂ ਨੂੰ, ਤਿੰਨਾਂ ਨੂੰ ਮਿਲਾ ਕੇ ਨਾ। ਠੀਕ ਹੈ। ਤੇ ਪੁਲਿਸ ਇੰਸਪੈਕਟਰ ਜਿਹੜਾ ਉਹਦਾ ਕੀ ਨਾਮ? ਉਹਦਾ ਨਾਮ ਆਪਣਾ ਅਲੀ ਨਦੀਮ। ਅਲੀ ਨਦੀਮ। ਅਲੀ ਨਦੀਮ। ਅੱਛਾ, ਕੀ ਵਜ੍ਹਾ ਹੋਈ? ਕਿਸ ਤਰ੍ਹਾਂ ਕਤਲ ਹੋਇਆ? ਕਿਸ ਤਰ੍ਹਾਂ ਕਤਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? 4 ਕਤਲ ਇਸ ਤਰ੍ਹਾਂ ਕਿ ਸਾਨੂੰ ਤੇ ਪੁਲਿਸ ਨੇ ਅਸੀਂ ਤੇ ਲੱਭਦੇ ਰਹੇ ਹਾਂ 2-3 ਘੰਟੇ ਤੋਂ ਆਪਣੇ ਬੇਟੇ ਨੂੰ ਕਿ ਵੀ ਲੇਟ ਹੋ ਗਿਆ, ਕੀ ਵਜ੍ਹਾ ਬਣੀ। ਤੇ 8:30 ਵਜੇ ਨਾਲ ਜਾਂ 9 ਵਜੇ ਨਾਲ ਪੁਲਿਸ ਦੀ ਗੱਡੀ ਆਈ ਸਾਡੇ ਕੋਲ ਸ਼ਨਾਖਤੀ ਕਾਰਡ ਲੈ ਕੇ ਕਿ ਜੀ ਬੇਟਾ ਤੁਹਾਡਾ ਹੈ। ਤੇ ਮੇਰਾ ਭਾਈ ਛੋਟਾ ਤੇ ਬੈਠਾ ਸੀ, ਉਹਨੇ ਕਿਹਾ ਮੇਰਾ ਭਤੀਜਾ ਹੈ। ਉਹਨੇ ਕਿਹਾ ਆ ਜਾਓ। ਫਿਰ ਸਾਨੂੰ ਉਹ ਲੈ ਕੇ ਮੂਨ ਮਾਰਕੀਟ ਦੇ ਅਗਲੇ ਪਾਸੇ ਅਕੈਡਮੀ ਦੇ ਨਾਲ ਵਰਾਣੇ ਦੇ ਵਿੱਚ ਉਹਨੇ ਕਿਹਾ ਤੁਹਾਡੇ ਬੇਟੇ ਦੀ ਇੱਥੇ ਲਾਸ਼ ਪਈ ਸੀ ਮੋਟਰਸਾਈਕਲ ਦੇ ਉੱਤੇ। ਮੋਟਰਸਾਈਕਲ ਦੇ ਉੱਪਰ? ਉੱਤੇ ਪਈ ਸੀ, ਲੰਬੇ ਨਹੀਂ ਸੀ ਪਈ। ਮੋਟਰਸਾਈਕਲ ਵੀ ਸਟੈਂਡ ਤੇ ਖੜਾ ਕੀਤਾ ਹੈ ਤੇ ਬੇਟੇ ਦੀ ਗਰਦਨ ਜਿਹੜੀ ਸੀ ਨਾ ਮੋਟਰਸਾਈਕਲ ਸਟੈਂਡ ਦੇ ਉੱਤੇ ਪਈ ਸੀ। ਅੱਛਾ। ਉਹਨੇ ਕਿਹਾ ਇੱਥੋਂ ਸਾਨੂੰ ਲਾਸ਼ ਬਰਾਮਦ ਹੋਈ। 15 ਤੇ ਕਾਰ ਚਲਾਈ ਸੀ, ਕੋਈ ਸ਼ਬਾਜ਼ ਐਡਵੋਕੇਟ ਨਾਂ ਦਾ ਬੰਦਾ ਸੀ। ਠੀਕ ਹੈ। ਉਹਨੇ ਕਿਹਾ ਜੀ ਉਹਨੇ ਕਾਰ ਚਲਾਈ, ਅਸੀਂ ਤੁਹਾਡੇ ਕੋਲ ਆ ਗਏ ਤੇ ਲਾਸ਼ ਅਸੀਂ ਲੈ ਗਏ ਉਹਨੂੰ। ਠੀਕ ਹੈ। ਫਿਰ ਕੀ ਹੋਇਆ? ਤੇ ਉਸ ਤੋਂ ਬਾਅਦ ਫਿਰ ਅਸੀਂ ਥਾਣੇ ਆ ਗਏ। ਉੱਥੋਂ ਸਾਰਾ ਕੁਝ ਕਰਕੇ ਤੇ ਨਾਲ ਪੁਲਿਸ ਸਾਡੇ ਨਾਲ ਸੀ। ਅਸੀਂ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰਚਾ ਵੀ ਨਹੀਂ ਸੀ ਹੋ ਰਿਹਾ ਉਸ ਟਾਈਮ। ਕਿਉਂ? ਬਸ ਨਹੀਂ ਸੀ ਕਰ ਰਹੇ, ਕਰਨੇ। ਅੱਛਾ, ਕੋਈ ਜਦੋਂ ਡੈੱਡ ਬੋਡੀ ਮਿਲੀ ਹੈ ਕੋਈ ਖੂਨ ਲੱਗਾ ਸੀ, ਫਾਇਰ ਲੱਗਾ ਸੀ? ਬਿਲਕੁਲ ਇਹ ਸਾਫ ਬੈਠਾ ਸੀ, ਕੋਈ ਖੂਨ ਵਗੈਰਾ ਨਹੀਂ ਸੀ ਲੱਗਾ। ਅੱਛਾ, ਤੇ ਤੁਹਾਨੂੰ ਸ਼ੁਬਾ ਹੋਇਆ ਕਿ ਪਤਾ ਨਹੀਂ ਕੀ ਹੋਇਆ? ਸੁਬਹ ਕੋਈ ਜੇਜ ਮੋਬਾਈਲ ਸਨ, ਪੈਸੇ, ਘੜੀ ਉਹਦੇ ਹੱਥ 'ਚ ਬੰਨੀ ਸੀ। ਅੱਛਾ। ਉਹ ਕੋਈ ਸ਼ੈ ਨਹੀਂ ਸੀ। ਅੱਛਾ, ਉਹ ਕੋਈ ਚੀਜ਼ ਨਹੀਂ, ਕੀਮਤੀ ਸਮਾਨ ਜਿਹੜਾ ਸੀ ਉਹ ਸਭ ਗਾਇਬ ਹੋ ਗਿਆ ਸੀ। ਉਹ ਨਹੀਂ ਸੀ, ਸਿਰਫ ਮੋਟਰਸਾਈਕਲ ਉਹਦੀ ਸੀ? ਮੋਟਰਸਾਈਕਲ ਨਹੀਂ ਸੀ। ਮੋਟਰਸਾਈਕਲ। ਮੈਨੂੰ ਫਿਰ ਪੁਲਿਸ ਨੇ ਪੁੱਛਿਆ ਤੁਹਾਡਾ ਬੱਚਾ ਕਿਹਦੇ ਨਾਲ ਗਿਆ? ਮੈਂ ਕਿਹਾ ਜੀ ਇਸ ਬੰਦੇ ਨਾਲ, ਬੱਚੇ ਨਾਲ ਗਿਆ ਸੀ, ਮੁਹੰਮਦ ਅਲੀ ਦੇ ਨਾਲ। ਮੁਹੰਮਦ ਨੇ 2:30-3 ਵਜੇ ਘਰੋਂ ਜੁਮਾ ਪੜ੍ਹ ਕੇ ਨਿਕਲਿਆ ਇਹਦੇ ਨਾਲ। ਠੀਕ ਹੈ। ਕਹਿੰਦਾ ਮੋਟਰਸਾਈਕਲ ਤੇ ਬਹਿ ਕੇ ਲਿਖਿਆ ਤੇ ਉਹਨੇ ਕਿਹਾ ਫਿਰ ਮੈਂ ਕਿਹਾ ਜੀ ਇਹ ਬੱਚਾ, ਇਹਨੂੰ ਪਤਾ ਹੋਣਾ ਕੀ ਵਾਰਦਾਤ ਹੋਈ ਇਹਦੇ ਨਾਲ। ਠੀਕ ਹੈ। ਉਹਨੂੰ ਫੜ ਕੇ ਲਿਆਂਦਾ। ਉਹਨੇ ਕਿਹਾ ਜੀ ਮੈਂ 8 ਵਜੇ ਜੂਸ ਪਿਆ ਕੇ ਮੇਰੇ ਕੋਲੋਂ ਗਿਆ ਹੈ, ਇਹਦੀ ਤਬੀਅਤ ਠੀਕ ਨਹੀਂ ਸੀ। ਉਹਨੇ ਇਹ ਕਿਹਾ। 8 ਵਜੇ 7:30 ਵਜੇ ਦੀ ਲਾਸ਼ ਉੱਤੇ ਪਈ ਸੀ। ਉਹਨੇ ਇਹ ਝੂਠ ਬੋਲਿਆ। ਖੈਰ ਪੁਲਿਸ ਨੇ ਕਿਧਰ ਪਤਾ ਨਹੀਂ ਉਹ ਜਿਹੜਾ ਉਹਦਾ ਬਾਪ ਸੀ ਨਾ ਅਲੀ ਨਦੀਮ, ਉਹਨੇ ਕਿਸੇ ਦਾ ਫੋਨ ਕਰਵਾਇਆ ਐਸਐਚਓ ਨੂੰ ਤੇ ਉਹ ਆਪਣਾ ਬੇਟੇ ਨੂੰ ਲੈ ਗਿਆ ਨਾਲ। ਅੱਛਾ, ਜਿਹਦੇ ਨਾਲ ਉਹ ਜੂਸ ਪੀ ਰਿਹਾ ਸੀ ਜਾਂ ਉਹਦੇ ਘਰ ਗਿਆ ਸੀ, ਉਹਨੂੰ ਉੱਥੋਂ ਪੁਲਿਸ ਦਾ ਜਿਹੜਾ ਇੰਸਪੈਕਟਰ ਸੀ ਉਹ ਆਪਣੇ ਬੇਟੇ ਨੂੰ ਲੈ ਗਿਆ? ਨਾਲ ਲੈ ਗਿਆ। ਠੀਕ ਹੈ। ਫਿਰ ਪਹਿਲੇ ਤਾਂ ਉਹ ਮੰਨਦਾ ਨਹੀਂ ਸੀ ਕਿ ਮੈਂ ਨਹੀਂ ਸੀ ਨਾਲ, ਇਹ ਹੈ ਉਹ ਝੂਠ ਬੋਲਦਾ ਰਿਹਾ। ਖੈਰ ਉਹ ਚਲਾ ਗਿਆ। ਸਵੇਰ 10:30 ਵਜੇ FIR ਹੋਈ। ਜਦੋਂ ਪੋਸਟਮਾਰਟਮ ਕਰਕੇ ਰਿਪੋਰਟ ਆਈ, ਉਹਦੇ 'ਚ ਗਰਦਨ ਵੀ ਟੁੱਟੀ ਸੀ ਤੇ ਇੱਥੇ ਵੀ ਨਿਸ਼ਾਨ ਸਨ। ਅੱਛਾ। ਤੇ ਗਰਦਨ ਤੇ ਵੀ। ਤੇ ਪੁਲਿਸ ਕੀ ਵਜ੍ਹਾ ਸੀ, ਕਿਉਂ FIR ਨਹੀਂ ਦੇ ਰਹੀ ਸੀ? ਉਹਦਾ ਵਾਲਿਦ ਇੰਸਪੈਕਟਰ ਸੀ, ਇਹ ਵਜ੍ਹਾ ਸੀ? ਹਾਂਜੀ, ਇਸ ਵਜ੍ਹਾ ਤੋਂ।
ਅੱਛਾ ਉਹ ਬੇਟੇ ਨੂੰ 5 ਮਿੰਟ 'ਚ ਲੈ ਗਿਆ ਉਹਨੇ ਮਾਦਰਤ ਵੀ ਨਹੀਂ ਕੀਤੀ, ਕੁਝ ਵੀ ਨਹੀਂ ਕੀਤਾ। ਆਇਆ ਬੇਟੇ ਨੂੰ ਹੱਥੋਂ ਫੜਿਆ ਤੇ ਬਸ ਕੰਨ ਉਹਦੇ ਫੋਨ ਲਾਇਆ ਤੇ ਇੰਸਪੈਕਟਰ ਨੇ ਕਿਹਾ ਲੈ ਜਾਓ। ਅੱਛਾ ਦੁਬਾਰਾ ਗੱਲ ਹੀ ਨਹੀਂ ਉਹਨੇ ਕੀਤੀ। ਠੀਕ ਹੈ। ਅੱਛਾ ਪੋਸਟਮਾਰਟਮ ਦੇ ਵਿੱਚ ਕੀ ਆਇਆ? ਪੋਸਟਮੈਨ ਦੇ ਉਹਨੇ ਗਰਦਨ ਤੋੜੀ ਉਹਨਾਂ ਨੇ ਤੇ ਮੂੰਹ ਤੇ ਰੱਖ ਕੇ ਸਾਹ ਘੁੱਟੇ, ਫੇਫੜੇ ਦੋਵੇਂ ਡੈਮੇਜ ਹੋ ਗਏ। ਅੱਛਾ ਫੇਫੜੇ ਜਿਹਨਾਂ ਨੇ ਮਰਨ ਸਾਹ ਦੀ ਘੁੱਟਣ ਡੈਥ ਆਫ ਕਾਸ ਜਿਹੜਾ ਹੈ। ਇਹ ਮਣਕਾ ਟੁੱਟਣ ਲੱਗ ਗਿਆ। ਅੱਛਾ ਤੇ ਤਾਂ ਹੀ ਫਿਰ ਉਹਨਾਂ ਨੇ ਨਾ ਉੱਥੋਂ ਲਿਆਂਦਾ ਘਰ ਚੋਂ, ਉੱਥੇ ਨਾਲ ਹੀ ਘਰ ਸੀ। ਹੂੰ ਇਹ ਵਿਕਾਸ ਦਾ ਘਰ ਸੀ, ਦੂਜਾ ਜਿਹੜਾ ਮੁਲਜ਼ਮ ਹੈਗਾ ਉਹਦੇ ਘਰ 'ਚ ਬਕਾਇਦਾ ਉਹਨੇ ਮਾਰਿਆ। 3 ਘੰਟੇ ਲਾਸ਼ ਉੱਥੇ ਪਈ ਰਹੀ ਹੈ। ਜਦੋਂ ਰਾਤ ਨੂੰ ਹਨੇਰਾ ਹੋਇਆ ਤੇ ਫਿਰ ਲਾਸ਼ ਨੂੰ ਲੈ ਕੇ ਇਹਨੇ ਮੋਟਰਸਾਈਕਲ ਦੇ ਵਿੱਚ ਘਰ ਪਾ ਕੇ 2 ਮੁਲਜ਼ਮ ਪਿੱਛੇ ਬੈਠੇ ਨੇ, ਇਹਨੂੰ ਵਿੱਚ ਪਾ ਕੇ ਪੈਰ ਵੀ ਇਹਦੇ ਲਮਕਦੇ ਆ ਰਹੇ ਸੀ। ਹੂੰ ਤੁਹਾਡੇ ਬੇਟੇ ਦਾ ਨਾਮ ਕੀ ਸੀ? ਮੁਹੰਮਦ ਅਬੂਜ਼ਰ ਖਾਨ। ਅਬੂਜ਼ਰ। ਹਾਂਜੀ। ਤੇ ਅਬੂਜ਼ਰ ਦੀ ਕੋਈ ਦੁਸ਼ਮਣੀ, ਕੋਈ ਕੋਈ ਦੁਸ਼ਮਣੀ, ਕੋਈ ਕੁਛ ਨਹੀਂ। ਮੇਰੇ ਨਾਲ ਕੰਮ ਕਿਸੇ ਨਾਲ ਲੈਣ ਦੇਣ ਹੋਵੇ? ਕਿਧਰੇ ਜਾਣ ਵਾਲੇ ਨਹੀਂ ਸੀ ਹੁੰਦਾ। ਸਿਰਫ ਪਹਿਲਾ ਦਿਨ ਹੀ ਨਾ ਇਹ ਗਿਆ ਇੱਥੋਂ। ਇੱਕ ਦਿਨ ਪਹਿਲੇ ਗਿਆ। ਇਹਦੇ ਦੋਸਤ ਸਨ? ਇਹਦਾ ਦੋਸਤ ਸੀ ਇਹ ਇਕੱਲਾ ਮੁਹੰਮਦ ਅਲੀ। ਮੁਹੰਮਦ ਅਲੀ ਦੋਸਤ? ਦੂਜੇ ਮੁੰਡੇ ਦੋਸਤ ਨਹੀਂ ਸੀ ਹੁੰਦੇ। ਕਿੰਨਾ ਕਰਸਾ ਪੁਰਾਣਾ ਦੋਸਤ ਸੀ? ਇਹ ਸਕੂਲ ਜਿਹਦਾ ਨਾ 10ਵੀਂ ਪੜ੍ਹਦਾ ਸੀ। ਅੱਛਾ ਅੱਛਾ। ਉਹ ਜਿਹੜੀ ਉਹਦੀ ਮੁਹੰਮਦ ਅਲੀ ਦੀ ਤਸਵੀਰ ਹੈ ਉੱਥੋਂ ਤੇ ਉਹ ਸ਼ਾਇਦ ਲੱਗਦਾ ਹੈ ਕਿ ਉਹ ਮਨਸ਼ਿਆਤ ਦਾ ਬਸ ਉਹ ਇਸਤੇਮਾਲ ਪਿਓ ਜਿਹੜਾ ਉਹਦਾ ਬਾਪ ਹੈ ਨਾ, ਇੰਸਪੈਕਟਰ ਹੈ, ਸ਼ਾਇਦ ਉਹਨੂੰ ਲੈਂਦਾ ਲੁੰਦਾ ਹੋਵੇ ਬਚਪਨ ਤੋਂ। 9ਵੀਂ 11ਵੀਂ ਤੋਂ ਕਰ ਰਿਹਾ ਬੱਚਾ ਨਸ਼ਾ। ਨਸ਼ਾ। ਔਰ ਸਾਰੇ ਬੱਚੇ ਉਹਨੇ ਖਰਾਬ ਕੀਤੇ ਸੀ ਨਸੀਬ। ਕੋਈ ਬੱਚਾ ਉਹਦੇ ਕੋਲ ਨਹੀਂ ਸੀ ਜਾਂਦਾ ਹੁਣ। ਅੱਛਾ ਔਰ ਇਹ ਬੱਚੇ ਨੂੰ ਫਸਾ ਕੇ ਇਹਦਾ ਪਿਓ ਨੂੰ ਛੁਡਾ ਕੇ ਲੈਂਦਾ ਸੀ। ਠੀਕ ਹੈ ਦੂਜੇ ਬੱਚੇ ਫਸ ਜਾਂਦੇ ਸਨ, ਲੜਾਈ ਝਗੜਾ ਹੁੰਦਾ ਜਦੋਂ ਵੀ। ਇਹ ਉਹਦੇ ਦੋਸਤਾਂ ਨੇ ਮੈਨੂੰ ਕਿਹਾ। ਠੀਕ ਹੈ। ਅੱਛਾ ਹੁਣ ਮੁਲਜ਼ਮ ਪਕੜੇ ਗਏ ਨੇ? ਪਕੜੇ ਗਏ ਕਿੰਨੇ ਮੁਲਜ਼ਮ ਨੇ? 3 ਮੁਲਜ਼ਮ ਨੇ। 3 ਮੁਲਜ਼ਮ ਨੇ। ਕੀ ਕਹਿੰਦੀ ਪੁਲਿਸ? ਤੁਹਾਨੂੰ ਕੋਈ ਇਨਸਾਫ ਮਿਲ ਗਿਆ? ਪੁਲਿਸ ਤੇ ਕਹਿੰਦੀ ਠੀਕ ਹੈ ਜੀ, ਇਨਸਾਫ ਕਰਨੇ, ਤਫਤੀਸ਼ ਕਰ ਰਹੇ ਹਾਂ ਤੇ ਚੀਜ਼ਾਂ ਤਕਰੀਬਨ ਸਾਰੀਆਂ ਬਰਾਮਦ ਹੋ ਗਈਆਂ ਨੇ। ਕੀ ਬਰਾਮਦ ਹੋਇਆ? ਇਹ ਮੋਬਾਈਲ। ਅੱਛਾ ਮੋਬਾਈਲ ਬਰਾਮਦ ਹੋ ਗਿਆ। ਹਾਂਜੀ। ਤੇ ਮੋਬਾਈਲ ਕਿਹਨੂੰ ਦਿੱਤਾ ਸੀ ਇਹਨਾਂ ਨੇ? ਮੋਬਾਈਲ ਇਹਨਾਂ ਨੇ ਵੇਚਿਆ ਸੀ। ਇਹਦਾ ਮਤਲਬ ਮੁਹੰਮਦ ਮੋਬਾਈਲ ਅਲੀ ਨੇ ਵੇਚਿਆ ਸੀ। ਡਕੈਤੀ ਕਰਕੇ ਕਤਲ ਕੀਤਾ? ਡਕੈਤੀ ਕਰਕੇ ਕਤਲ ਕੀਤਾ। ਉਹ ਕਾਰ 'ਚ ਲਿਜਾ ਕੇ ਕਤਲ ਕੀਤਾ ਇਹਨਾਂ ਨੇ। ਅੱਛਾ ਉਹ ਡਕੈਤੀ ਕਰਕੇ ਅਗਰ ਕਤਲ ਕੀਤਾ ਹੈ ਤੇ ਉਹਦੇ ਚ ਡਕੈਤੀ ਦੀ ਦਫਾਤ ਆਜ਼ਾਦ ਕੀਤੀਆਂ ਨਹੀਂ, ਇਹਨੇ ਇਨਵੈਸਟੀਗੇਸ਼ਨ? ਸਿਰਫ 302 ਲੱਗੀ। 302 ਲਾਈ ਹੈ। 302 ਮੋਬਾਈਲ ਕਿੱਥੋਂ ਬਰਾਮਦ ਹੋਇਆ? ਮੋਬਾਈਲ ਕਰੀਮ ਬਲਾਕ ਤੋਂ ਦੁਕਾਨ ਤੋਂ ਅੱਛਾ ਕਿਸੇ ਨੂੰ ਸੇਲ ਕਰਤਾ ਸੀ? ਸੇਲ ਕਰਦਾ ਸੀ ਮੁਹੰਮਦ ਅਲੀ ਨੇ। ਅੱਛਾ ਤੇ ਹੋਰ ਕਿੰਨੇ ਪੈਸੇ ਸਨ? ਤਕਰੀਬਨ ਪੈਸੇ ਕੋ 12-13 ਹਜ਼ਾਰ ਪੈਸੇ। ਉਹ ਵੀ ਨਹੀਂ ਮਿਲਿਆ? ਨਹੀਂ ਮਿਲੇ। ਨਹੀਂ ਉਹ ਨਹੀਂ ਮਿਲਿਆ ਤੁਹਾਨੂੰ? ਨਹੀਂ ਜੀ, ਨਹੀਂ ਉਹਨਾਂ ਨੇ ਲੈ ਲਿਆ ਸੀ? ਉਹਨਾਂ ਨੇ ਮਤਲਬ ਕਿ ਉਹਨਾਂ ਦੇ ਕੋਲ ਹੀ ਮੁਲਜ਼ਮਾਂ ਦੇ ਠੀਕ ਹੈ। ਘੜੀ ਹੈ, ਠੀਕ ਹੈ। ਆਪਣਾ ਸ਼ਨਾਖਤੀ ਕਾਰਡ ਸੀ ਤੇ ਬਾਹਰ ਦਾ ਖਾਮਾ ਸੀ ਉਹਦੀ ਜੇਬ ਵਿੱਚ। ਕਿਹੜੇ ਮੁਲਕ ਦਾ? ਇਹ ਦੁਬਈ ਦਾ ਰੈਸਟੋਰੈਂਟ ਖਾਮਾ ਕੰਮ ਕਰਦਾ ਸੀ ਨਾ, ਸੀਮੈਂਟ ਫੈਕਟਰੀ ਦੇ ਵਿੱਚ ਬੱਚਾ। ਅੱਛਾ ਕੰਮ ਕਰਦਾ ਹਾਂ ਸੀ। ਉੱਥੋਂ ਆਇਆ ਸੀ ਇਹ। ਠੀਕ ਹੈ। ਹਾਂਜੀ। ਤੇ ਬੱਚੇ ਨੇ ਕਦੀ ਕੋਈ ਜ਼ਿਕਰ ਕੀਤਾ ਹੋਵੇ ਕਿ ਮੇਰੇ ਦੋਸਤ ਦੇ ਨਾਲ ਕੋਈ ਇਖਤਲਾਫ ਹੈ ਜਾਂ ਕੋਈ ਐਸੀ ਗੱਲ, ਕੋਈ ਦੋਸਤੀ ਦੇ ਵਿੱਚ ਲੜਾਈ ਝਗੜਾ ਵੀ ਤੇ ਹੋ ਜਾਂਦਾ ਨਾ? ਨਹੀਂ ਲੜਾਈ ਇਹਦੇ ਨਾਲ ਹੀ ਬਹਿਸ ਹੈ ਸੀ ਆਖਰੇ 2 ਦਿਨ ਹੀ ਬਸ। ਅੱਛਾ ਉਸ ਤੋਂ ਪਹਿਲੇ ਕਿਸੇ ਨਾਲ ਕੋਈ ਦੋਨੀ। ਅਸੀਂ ਪਿੰਡੋਂ ਆਇਆ 7 ਦਿਨ ਲਾ ਕੇ ਦੋਵੇਂ ਪਿਓ ਪੁੱਤਰ। ਅੱਛਾ ਤੇ ਹੁਣ ਪੁਲਿਸ ਕੀ ਕਹਿੰਦੀ ਹੈ? ਇਨਵੈਸਟੀਗੇਸ਼ਨ ਵਾਲੇ ਇਨਵੈਸਟੀਗੇਸ਼ਨ ਵਾਲੇ ਬਸ ਕਹਿੰਦੇ ਸੀ ਇਨਵੈਸਟਿਗੇਸ਼ਨ ਕਰ ਰਹੇ ਆ। ਕੱਲ ਫਿਰ ਅਸੀਂ ਰਿਮਾਂਡ ਲੈ ਕੇ ਆਏ। ਉੱਥੇ ਜਿਹੜਾ ਪੁਲਿਸ ਇੰਸਪੈਕਟਰ ਸੀ ਮੁਲਜ਼ਮ ਦਾ ਪਿਓ, ਹਾਂ ਉਹ ਤਫਤੀਸ਼ੀ ਦੇ ਨਾਲ ਲੜ ਰਿਹਾ ਸੀ ਹਾਂ ਕੋਈ ਕੜੇ ਬਰਾਮਦਗੀ ਦੀ ਵਜ੍ਹਾ ਤੋਂ ਅੱਛਾ ਕਿ ਇਹ ਹੈ ਉਹ ਫਲਾਣਾ। ਉਹਨੇ ਕਿਹਾ ਫਿਰ ਮੈਂ ਮੈਜਿਸਟ੍ਰੇਟ ਨੂੰ ਕਹਿ ਦੇਣਾ ਕਿ ਜੇ ਇੱਥੇ ਵੀ ਬਦਤਮੀਜ਼ੀ ਕਰਦਾ ਥਾਣੇ ਆ ਕੇ ਵੀ ਕਰਦਾ ਬਦਤਮੀਜ਼ੀ। ਅੱਛਾ ਅੱਛਾ ਮੁਲਜ਼ਮ ਦਾ ਜਿਹੜਾ ਪਿਓ ਹੈ ਉਹ ਪੁਲਿਸ ਇੰਸਪੈਕਟਰ ਹੈ ਤੇ ਇੰਚਾਰਜ ਇਨਵੈਸਟੀਗੇਸ਼ਨ ਜਾਂ ਆਈਓ ਹੈ ਜਿਹੜਾ ਉਹਦੇ ਨਾਲ ਬਦਤਮੀਜ਼ੀ ਉਹਦੇ ਨਾਲ ਕਰਦਾ? ਬਦਤਮੀਜ਼ੀ ਕਰਦਾ। ਤੇ ਉਹਦੀ ਸ਼ਿਕਾਇਤ ਕਿਉਂ ਨਹੀਂ ਕਰਦਾ? ਸ਼ਿਕਾਇਤ ਪਤਾ ਨਹੀਂ ਕਰਦਾ ਕਿ ਨਹੀਂ ਕਰਦਾ, ਮੈਨੂੰ ਨਹੀਂ ਮੈਨੂੰ ਪਤਾ। ਕੱਲ ਮੇਰੇ ਸਾਹਮਣੇ ਇਹਨੇ ਤੂੰ ਦੀ ਮੈਂ ਹੋਈ ਬਕਾਇਦਾ ਉੱਥੇ। ਅੱਛਾ ਹਾਂ ਉਹਨੇ ਕਿਹਾ ਤੂੰ ਤਫਤੀਸ਼ ਨਹੀਂ ਠੀਕ ਕਰ ਰਿਹਾ, ਫਲਾਣਾ ਨਹੀਂ ਕਰ ਰਿਹਾ। ਉਹਨੇ ਕਿਹਾ ਵੀ ਚੇਂਜ ਕਰਾ ਲੈਣੀ ਸੀ ਤਫਤੀਸ਼, ਜੇ ਮੈਂ ਨਹੀਂ ਸਹੀ ਕਰਦਾ ਤੇ। ਫਿਰ ਮੇਰਾ ਵਕੀਲ ਨੇ ਕਿਹਾ ਚੋਰੀ ਵਸੀਮ ਸਾਹਿਬ ਨੇ, ਉਹਨੇ ਕਿਹਾ ਜੇ ਤੈਨੂੰ ਤਫਤੀਸ਼ ਨਹੀਂ ਚੰਗੀ ਲੱਗਦੀ ਤਾਂ ਚੇਂਜ ਕਰ ਲੈ। ਕਹਿੰਦਾ ਮੈਂ ਚੇਂਜ ਵੀ ਨਹੀਂ ਕਰਾਣੀ। ਬਿਲਕੁਲ ਠੀਕ ਹੈ। ਔਰ ਕੱਲ ਮੈਨੂੰ ਵੇਖਿਆ ਦੁਪਹਿਰੇ 4-5 ਵਜੇ ਤੋਂ ਬਾਅਦ ਜਦੋਂ ਅਸੀਂ ਉੱਥੋਂ ਆਏ ਤਾਂ ਵਰਦੀ ਪਾ ਕੇ ਫਿਰਦਾ ਪਿਆ ਸੀ, ਸਿਰਫ ਪ੍ਰੈਸ਼ਰ ਪਾਉਣ ਵਾਸਤੇ ਪੁਲਿਸ ਦੇ ਉੱਤੇ। ਠੀਕ ਹੈ। ਹੁਣ ਕਿੰਨੇ ਬੇਟੇ ਤੁਹਾਡੇ ਰਹਿ ਗਏ? ਮੇਰੇ ਇੱਕ ਛੋਟਾ ਬੇਟਾ ਰਹਿ ਗਿਆ ਤੇ 2 ਬੇਟੀਆਂ ਨੇ ਛੋਟੀਆਂ। ਅੱਛਾ ਅਬੂਜ਼ਰ ਦਾ ਪਿਆਰ ਤੇ ਹੋਏਗਾ ਉਹਦੇ ਨਾਲ? ਕੀ ਕੁਛ ਯਾਦ ਆਉਂਦਾ? ਵੀ ਘੰਟੇ ਮੇਰੇ ਨਾਲ ਰਹਿੰਦਾ ਸੀ। ਹੁਣ ਮੈਂ ਐਲਡੀ ਹੋਇਆ ਤੁਹਾਡੇ ਵਾਸਤੇ ਤੇ ਮੇਰੇ ਕੋਲ ਤੇ ਬੈਠੇ ਨਹੀਂ ਐਲਡੀ ਦੇ ਵਿੱਚ। ਹੈਲਪ ਕਰਦਾ ਸੀ ਤੁਹਾਡੀ ਕੰਮ ਦੇ ਵਿੱਚ? ਬੜੀ ਹੈਲਪ ਕਰਦਾ ਸੀ, ਖਿਆਲ ਰੱਖਦਾ ਸੀ ਤੁਹਾਡਾ? ਬਚਪਨ ਤੋਂ ਮੇਰੇ ਨਾਲ ਸੀ ਉਹ। ਇਹਨੇ ਮੇਰੇ ਦਾ ਖਿਆਲ ਨਹੀਂ ਕੀਤਾ ਜਿੰਨਾ ਉਹਨੂੰ ਮੈਂ ਕਿਪਸ ਪੜਾਇਆ। ਮੈਂ ਕਹਿੰਦਾ ਗੱਡੀ ਤੇ ਛੱਡ ਕੇ ਨਾ, ਗੱਡੀ ਤੇ ਲੈ ਕੇ ਨਾ
ਜਦੋਂ ਉਹਨੇ ਕਿਹੜਾ ਕੁਝ ਵੀ ਉਹਨੇ ਨਾ ਨਹੀਂ ਮੈਂ ਕੀਤੀ ਅੱਜ ਤੱਕ। शादी हो गई सी? शादी रिश्ता लभण वास्ते गई था 5-6 दिन पहले मारा था। मैं तो 2 दिन ही रहा, 32 दिन ਨਾਲ ਪਿਆਰਾ ਹੋ ਗਿਆ। बेटा ਜ਼ਾਹਿਰ ਹੈ ਹਰ ਬਾਪ ਨੂੰ ਪਿਆਰਾ ਹੁੰਦਾ ਹੈ, ਔਰ ਜਵਾਨ ਬੱਚੇ ਨੂੰ ਕਬਰ ਦੇ ਵਿੱਚ ਉਤਾਰਨਾ ਬੜਾ ਮੁਸ਼ਕਿਲ ਹੈ। ਬੜਾ ਮੁਸ਼ਕਿਲ ਹੈ ਬੰਦੇ ਵਾਸਤੇ, ਪਿਓ ਵਾਸਤੇ ਦੱਸਦਾ ਆਪੇ ਦੁਨੀਆ ਤੇ ਗਿਆ ਬੰਦਾ ਪਿਓ ਮਰ ਜਾਂਦਾ ਉਸ ਤਰ੍ਹਾਂ ਜਿੰਦਾ। ये था जी वो बाप का दुख, जिसका जवान बेटा कुछ अर्सा बाद उसकी शादी करनी थी, उसके लिए रिश्ता देखा जा रहा था, बग़ैर वजह के, बग़ैर किसी दुश्मनी के उसके जवान बेटे को जो है वो कत्ल कर दिया जाता है। ये अब छोटा बेटा है, साथ है, इसका बड़ा भाई कत्ल हो जाता है। इससे जानते हैं भाई के बारे में ये क्या कहता है। बेटा क्या नाम है आपका? अब्दुल्ला। क्या? अब्दुल्ला। अब्दुल्ला। अब्दुल्ला कितना बड़ा था आपसे अबू सर? 10-11 साल। 10-11 साल। तो क्या हुआ था, कभी आपके साथ उसने ऐसी बात की कि किसी के साथ दुश्मनी है या उसे कोई कत्ल कर देगा? नहीं, कोई ऐसी बात नहीं। कैसा भाई था? अच्छा था। अच्छा था। आपके साथ प्यार था? प्यार था। अब्बू तो बहुत प्यार करते थे, आप कितना करते थे? मेरे से बहुत ज़्यादा प्यार करता था। अच्छा, तो घर वाले सब प्यार करते थे उससे? जी। तो कभी आपको नहीं पता लगा कि उसकी किसी से ऐसी दुश्मनी है, कोई उसको कत्ल कर देगा या नहीं। उसकी किसी के साथ लड़ाई है? कभी भाई को होता ही है ना, भाई, कभी आपको पता नहीं चला? नहीं, कभी नहीं। नहीं पता चला, ठीक हो गया। एक और हैं जी रिश्तेदार जो इसके हवाले से थोड़ी सी इनसे भी तफसील जानते हैं। अच्छा जी, ये तो बड़ा बाप दुखी है यकीनन, किसी भी शख्स के लिए उसका जवान बेटा इस दुनिया से चला जाए। आप बताएं कुछ, क्या लगता है तो आपको? हम सारे दुखी है, सिर्फ ये नहीं, हम सारे दुखी है क्योंकि हमें रात को नींद नहीं आता है। क्या वजह हो सकती है? क्या ऐसी- वजह तो वही नहीं है। वजह तो वो है, लेकिन क्यों नहीं मारा? लेकिन हमारा तो किसी के साथ दुश्मनी वगैरह तो नहीं थी ना। ठीक है, तो बस अचानक ही हमें पता चल गया कि फोत हो गया। तो बहुत प्यार करने वाला था, हम सारों के साथ बहुत प्यार करता था। आपके साथ भी खुशूसी, आप क्या लगते हैं उसके? मेरा भतीजा है। आपका भतीजा है? अच्छा, तो भतीजों के साथ तो बड़ा नहीं, बहुत ही प्यार है। वो जब भी आते थे हम इकट्ठे चाय पीते थे, नाश्ता करते थे। ठीक है, दफ्तर में। ठीक है भाई, आप लें ये माइक। आपका क्या लगता था जी अबू सर? अब मेरे चाचू का बेटा था। चाचू का बेटा था, तो आपका तो भाई हुआ ना, तो कैसा था? कोई ऐसी चीज़ कभी आपको फील हुई हो कि कोई दोस्त ऐसे तो नहीं होता कि किसी को बुलाए, उसके पास जाए, उसको वो कत्ल कर दे? अबू ज़र का और मेरा बॉन्ड जो था वो बड़ा स्पेशल था, भाइयों वाला। कभी ये हुआ ही नहीं था कि चाचू का बेटा है। अक्सर मेरे जब पेपर होते थे तो मैं बैठा होता था, पढ़ता था, तो वो मेरे पास आ जाना, उसने कोई भी चीज़ उसके हाथ में होती थी तो मुझे पकड़ा देनी कि आप भी खाओ, अच्छी तरह तैयारी करो और अच्छे नंबर लो। तो बहुत ही अचानक हम बैठे हुए थे दफ्तर में कि पुलिस वाले हमारे घर आए, उन्होंने हमें ख़बर दी, तो पाँव तले ज़मीन निकल गई और यकीन ना आया। और अभी भी रात को नींद नहीं आती, अभी भी लगता है कि अभी आएगा और पूछेगा कि क्या हाल चाल है, लेकिन वो जा चुके अब। अच्छा, आपके साथ तो दोस्ती भी थी जिस तरह आपने बताया, तो ये जो मोहम्मद अली था जिसने इसको कत्ल किया, जो पकड़ा भी गया, पुलिस ने पकड़ लिया, इसके साथ उसकी कैसी दोस्ती थी? कभी जिक्र हुआ इसका? जी, 1-2 बार अबू ज़र ने जिक्र किया था इनका, लेकिन वो इनसे दूर ही रहता था। ये धमकियाँ वगैरह देता था बच्चों को। ये स्कूल में पढ़ा हुआ था ये बच्चा, तो ये अक्सर बच्चों को डराया करता था कि मेरे वालिद साहब पुलिस में है तो मैं ये कर दूंगा, वो कर दूंगा। तो लेकिन इनके साथ उतना बैठना ऐसा सच नहीं था। ठीक है, आपकी कभी मोहम्मद अली से मुलाकात हुई अबू ज़र के साथ? उनसे मुलाकात नहीं हुई, लेकिन वो आखिरी 2 दिन जब इन्हें लेने आए थे तो मैंने उन्हें देखा था हमारे घर आते हुए, नीचे खड़ा होते हुए। ठीक है, तो अबू ज़र क्या बताता था कि मोहम्मद अली उसका कैसा दोस्त है, अच्छा दोस्त है या? मोहम्मद अली के साथ उसका उठना बैठना नहीं था। ये आखिरी 2 दिन आया था, दोस्त दूसरे थे। अच्छा। अबू ज़र के, वो भी इनसे दूर रहते थे ये अली से।
ठीक है। और जो बाकी लोग हैं वो कौन है, जो दूसरे 2 लोग और भी पकड़े गए हैं ना? वो इनके जो हैं वो इनके दोस्त थे, अबूज़र के दोस्त नहीं थे। इन्होंने उसी दिन जिस दिन वारदात हुई थी उस दिन इन्होंने बुलाया उन्हें फैसिलिटेट करने के लिए। ठीक तो है। अबूज़र की उनके साथ कोई रकाबत नहीं, दोस्ती नहीं वगैरह नहीं थी, उनको अबूज़र नहीं जानता था। ठीक है, जी जी। ठीक हो गया। ये दिखाइएगा माइक। अच्छा जी, आप ये बताएं, ਤੁਸੀਂ ਇਹ ਦੱਸੋ ਕਿ ਜਦੋਂ ਡੈੱਡ ਬਾਡੀ ਮੋਟਰਸਾਈਕਲ ਤੇ ਸੀ ਪਈ ਹੋਈ ਜੀ ਤੇ ਤੁਸੀਂ ਉੱਥੇ ਪਹੁੰਚੇ, ਤੁਹਾਡੇ ਭਾਈ ਨੂੰ ਇਤਲਾਹ ਮਿਲੀ, ਫੋਨ ਆਇਆ, ਪੁਲਿਸ ਆਈ, ਤੇ ਫਿਰ ਤੁਹਾਨੂੰ ਕਿਸ ਤਰ੍ਹਾਂ ਸ਼ੁਬਾ ਹੋਇਆ ਕਿ ਇਹਨੂੰ ਕਤਲ ਹੀ ਕੀਤਾ ਹੋਏਗਾ? ਤੁਸੀਂ ਫਿਰ ਕਿਸ ਤਰ੍ਹਾਂ FIR ਕਰਵਾਉਣ ਦੀ ਉਹ ਇਸ ਤਰਫ ਤਰ੍ਹਾਂ ਕਿਸ ਜੀ ਤਰ੍ਹਾਂ? ਮੈਂ ਪੁਲਿਸ ਨੂੰ ਪੁੱਛਿਆ ਜਿਹੜਾ ਉੱਥੇ ਲਾਸ਼ ਲੈ ਕੇ ਆਏ ਨੇ ਨਾ, ਮੈਂ ਕਹਿੰਦਾ ਮੋਬਾਈਲ ਦੇ ਦਿਓ ਤੇ ਘੜੀ ਵਗੈਰਾ ਦੇ ਕੋਲ, ਕਹਿੰਦੇ ਦੇ ਕੋਲ ਕੁਝ ਵੀ ਨਹੀਂ ਹੈਗਾ। ਮੈਂ ਕਿਹਾ ਜਨਾਬ ਬਟੂਏ 'ਚ ਪੈਸੇ ਵੀ ਸਨ, ਘਰੋਂ ਲੈ ਕੇ ਆਇਆ ਤੇ ਘੜੀ ਸੀ ਨੇ ਹੱਥ 'ਚ ਬੜੀ ਮਹਿੰਗੀ। ਮੈਂ ਕਿਹਾ ਉਹ ਵੀ ਹੈਗੀ ਨਾਲ ਮੋਬਾਈਲ ਆਈਫੋਨ ਤੇ ਮੈਂ ਲੈ ਕੇ ਤਾਂ ਜੇ 8ਵੇਂ ਮੁਹਰਮ ਨੂੰ ਮੈਂ ਕਿਹਾ ਉਹਨੂੰ ਚਲਾਉਣਾ ਵੀ ਨਹੀਂ ਅਜੇ ਆਇਆ। ਕਹਿੰਦਾ ਕੋਈ ਸ਼ੈ ਨਹੀਂ ਸੀ। ਮੈਂ ਕਿਹਾ ਫਿਰ ਡਕੈਤੀ ਹੋਈ ਹੈ? ਹਾਂ। ਕਹਿੰਦਾ ਹੁਣ ਐ ਨਹੀਂ ਪਤਾ ਹੈ, ਲਾਸ਼ ਖੜੀ ਵਰਾਣੇ ਦੇ ਵਿੱਚ। ਫਿਰ ਉੱਥੇ ਆਂਢੀ ਗੁਆਂਢੀ ਇਕੱਠੇ ਹੋ ਗਏ, ਉਹਨਾਂ ਕਿਹਾ ਜੀ ਅਕਸਰ ਵਾਰਦਾਤ ਇੱਥੇ ਹੁੰਦੀਆਂ ਨੇ। ਅੱਛਾ। ਮੈਂ ਕਹਿ ਰਿਹਾ ਵੀ ਕਿ ਇਹ ਵਾਰਦਾਤ ਨਹੀਂ ਹੋਈ, ਇਹ ਬੱਚਾ ਮੋਟਰਸਾਈਕਲ ਤੇ ਖੜਾ ਹੈ ਹਾਂ। ਤੇ ਨਾ ਇੱਧਰ ਡਿੱਗਿਆ ਨਾ ਇੱਧਰ ਡਿੱਗਿਆ ਤੇ ਘੰਟਾ ਕੋ ਇੱਥੇ ਤੇ ਵਾਰਦਾਤ ਗੋਲੀ ਚੱਲਦੀ, ਕੋਈ ਇੱਕਦਮ ਤੇ ਮੜਕਾ ਡਾਕੂ ਤੋੜਦੇ ਨਹੀਂ, ਉਹਦੇ ਡਾਕੂ ਚੀਜ਼ ਖੋਂਦੇ ਨੇ ਤੇ ਨੱਸ ਜਾਂਦੇ ਨੇ। ਉਹਦੇ ਮਜ਼ਾਮਤ ਕਰਨ ਤੇ ਡਾਕੂ ਫੈਰ ਮਾਰਦੇ ਨੇ, ਉਹ ਬਾਹਾਂ ਬੂਹਾਂ ਨਹੀਂ ਤੋੜਦੇ। ਫਿਰ ਮੈਂ ਕਿਹਾ ਬੱਚਾ ਫਲਾਣੇ ਬੱਚੇ ਨਾਲ ਆਇਆ, ਮੈਨੂੰ ਸ਼ੱਕ ਪੈ ਗਿਆ। ਮੈਂ ਕਿਹਾ ਮੁਮਤਲੀ ਦੇ ਨਾਲ ਆਇਆ, ਘਰੋਂ ਲੈ ਕੇ ਗਿਆ 2:30 ਵਜੇ ਜੁਮਾ ਪੜ੍ਹਿਆ ਨੇ। ਉਸ ਤੋਂ ਬਾਅਦ ਐ ਨਹੀਂ ਹੈ। ਫਿਰ 3 ਵਜੇ ਜਦੋਂ ਮੈਨੂੰ ਬੇਟੇ ਨੇ ਕਾਲ ਕੀਤੀ ਨਾ WhatsApp ਦੇ ਉੱਤੇ कि पापा मैं मुश्किल में हूँ तो तुम कहा। मैं कहा बेटा मैं LD में आ रहा हूँ। तो फिर जब मैं LD में आया तो मैं फ़ोन करा, कोई शायद नहीं, रबते नहीं सी हो रहे। अच्छा। फिर मैं चला गया करीम ब्लाक, मैं क्या वो दोस्त के घर, उत्थे मैं गया नहीं, मोटरसाइकिल नहीं सी खड़ी तो नहीं सीगा ਮੁਹੰਮਦ ਅਲੀ ਦੇ ਘਰ। ਮੁਹੰਮਦ ਅਲੀ ਦਾ ਘਰ ਕਰੀਮ ਬਲਾਕ। ਉੱਥੋਂ ਮੈਂ ਜੇ ਵਾਪਸ ਟਰਨ ਹੀ ਲੈ ਰਿਹਾ ਕਿ ਮੈਨੂੰ ਭਾਈ ਦਾ ਫੋਨ ਆ ਗਿਆ। ਤੇ ਮੇਰੇ ਨਾਲ ਦੋਸਤ ਸੀ ਆਪਣਾ ਮੁਸੱਦਕ। ਮੈਂ ਇਹਨੂੰ ਛੋਟੇ ਭਾਈ ਨੇ ਕਿਹਾ ਕਿ ਤੂੰ ਲੋਕ ਆਪਣਾ ਸੈਦ ਅਲੀ ਨੂੰ ਮੋਬਾਈਲ ਨਾ ਦੇਈ, ਮੋਬਾਈਲ ਆਪ ਸੁਣੀ। ਇਹਨੂੰ ਨੇ ਕਿਹਾ ਕਿ ਇਸ ਤਰ੍ਹਾਂ ਡੈੱਡ ਬੋਡੀ ਮਿਲ ਗਈ ਫਲਾਣੀ ਜਗ੍ਹਾ 'ਤੇ। ਇਹ ਤਕਰੀਬਨ ਕੋਈ 8:30 ਦਾ ਟਾਈਮ ਹੋਣਾ। ਇਹ ਮੈਨੂੰ ਮੈਂ ਕਿਹਾ ਕਿਹਦੇ ਫੋਨ ਹੈ? ਕਹਿੰਦੇ ਚੁੱਪ ਕਰ। ਪਤਾ ਸੀ ਕਿਤੇ ਰਿਮੋਟ ਤੋਂ ਡਿੱਗੇ ਨਾ ਪਵੇ, ਆਖਰ ਹਾਦਸਾ ਹੋਇਆ। ਉੱਥੇ ਜਦੋਂ ਗਏ ਅਸੀਂ, ਗਲੀ 'ਚ ਪੁਲਿਸ ਵੀ ਖੜੀ ਸੀ ਤੇ ਨਾਲ ਬੰਦੇ ਵੀ ਖੜੇ ਸਨ। ਮੈਨੂੰ ਕਹਿੰਦੇ ਬੈਠ ਇੱਥੇ। ਮੈਂ ਕੀ ਹੋਇਆ? ਕਹਿੰਦਾ ਸਰ ਡੈਥ ਹੋ ਗਈ। ठीक हो गया। ये लवाकिन की जानिब से ये कहा गया है, और अब दीगर इनके जो दोस्त हैं जिनको शुबा हुआ कि डेड बॉडी एक जगह पे मोटरसाइकिल पे पड़ी हुई है, और फिर FIR करवाने के लिए क्या कुछ इन्होंने किया, और इन्वेस्टिगेशन जो है वो क्यों सुस्त रवि का शिकार है, ये भी जानने की कोशिश करते हैं। मकतूल के वालिद के जो करीबी अजीज़ और दोस्त हैं, जो मतलब बहुत ज़्यादा जिनके साथ ताल्लुक़ है, इस तफ्तीश के साथ भी और इस कत्ल के हवाले से भी बहुत कुछ जानते हैं, जो एक मुकदमे में FIR के गवाह भी हैं, बाकी दोस्त भी उनके हैं। इनसे जानते हैं कि अब तक इसमें क्या पेशरफ्त हुई है केस के हवाले से, ये भी सब कुछ जानते हैं। अच्छा जी, आप अपना नाम बताइएगा और बताएं कि कैसे इनको शुबा हुआ कि कत्ल हुआ है, डेड बॉडी पड़ी है, और अब तक पुलिस क्यों मुलजमान को कसूरवार करार नहीं दे पाई है? कोई इन्वेस्टिगेशन में रुकावट हो रही है इंस्पेक्टर की जानिब से? बहुत शुक्रिया जी कि तुसी तशरीफ़ ले आए, और एक बड़ा साडा अहम मामला है जिहदे ते कि तुसी साडे नाल तावन कर रहे हो। मेरा नाम चौधरी बिलाल शाकिर कालों है। इस फैमिली दे नाल, इस घर दे नाल मेरा कोई 38-40 साल का वास्ता है। ठीक है जी। और मैं सरपरस्त आलम सब्ज़दार डीलर इतिहाद दा। मेरे नाल जेड़े मुतासर ने जिन्हां दा बेटा कत्ल हो चुका है, वो सरपरस्त ने इस डीलर इतिहाद सब्ज़दार दे, जिद्दां कि साडा 6 अक्तूबर नूं इलैक्शन होने जा रहा है। तो इस हवाले नाल इस तो अलावा भी साडी बहुत ज़्यादा कराबतदारी है, बहुत अच्छी इन्हां जिंदगी इत्थे गुजारी अलहमदुलिल्ला। बड़े भाई इन्हां दे इत्थे काउंसलर होए ने, नायब नाज़िम होए ने, और बड़ा वैलफेयर का इन्होंने काम किया। किसी माड़े चंगे नूं नहीं इन्होंने वेख्या कि कौन है कौन नहीं। इन्होंने बड़े दिल जमी के नाल जो भी किसी वास्ते कर सकते सन इन्होंने किया। बच्चा जिहड़ा है माशाअल्लाह बहुत होनहार, बहुत खूबसूरत, बहुत हैंडसम, बड़ा वजी। तस्वीर तो तुसीं वेख्या है कि वो मतलब ये तो एक फैमिली हैगी, तो असीं तो एक दोस्त हाँ,
ਬਲਕਿ ਛੋਟੇ ਹੁੰਦਿਆਂ ਤੋਂ ਵੇਖਦਾ ਹੁੰਦਾ ਸੀ ਤੇ ਮੇਰੀਆਂ ਮੁੱਛਾਂ ਨੂੰ ਖਾਸ ਤੌਰ ਤੇ ਇੰਡੀਕੇਟ ਕਰਨਾ ਕਿ ਮੈਨੂੰ ਨਾ ਚਾਚੂ ਦੀਆਂ ਮੁੱਛਾਂ ਚਾਹੀਦੀਆਂ ਨੇ। ਤੇ ਕਹਿੰਦਾ ਹੁੰਦਾ ਸੀ ਦਾ ਤਾਇਆ ਕਿ ਨਹੀਂ ਪੁੱਤਰ ਵੱਡਾ ਹੋਏਗਾ ਨਾ ਤੇ ਫਿਰ ਤੈਨੂੰ ਅੱਲਾ ਦੇ ਦੇਗਾ। ਤੇ ਉਹ ਇਸ ਤਰ੍ਹਾਂ ਦੀ ਕਰਕੇ ਗੱਲਾਂ ਬੜੀਆਂ ਯਾਦ ਆਉਂਦੀਆਂ ਕਿਉਂਕਿ ਹੱਥੀਂ ਖੇਡਿਆ ਜਵਾਨ ਹੋਇਆ। ਤੇ ਜਿਸ ਦਿਨ ਹੋਇਆ ਬਲਕਿ ਅਸੀਂ ਕੋਈ ਲਿਸਟਾਂ ਬਣਾ ਰਹੇ ਸਾਂ ਤੇ ਇਹ ਆਇਆ ਤੇ ਮੈਂ ਕਿਹਾ ਪੁੱਤਰ ਲੱਗ ਦੋਨੋਂ ਪਿਓ ਪੁੱਤਰੀ ਮੇਰੇ ਕੋਲ ਆਏ ਨੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਕਾਫੀ ਗੈਦਰਿੰਗ ਸੀ ਪੂਰੀ ਸਬਜ਼ਦਾਰ ਦੀ। ਤੇ ਉਹ ਫਿਰ ਇਹ ਲੱਗ ਕੇ ਤੇ ਸ਼ੁਰੂ ਹੋ ਗਿਆ ਮਾਸ਼ਾਅੱਲਾ ਲਿਖਣ ਵਾਸਤੇ। ਉਹ ਮੇਰੇ ਕੋਲ ਤਹਿਰੀਰ ਪਈ ਹੈ, ਉਹ ਮੈਂ ਜਦੋਂ ਵੇਖਦਾ ਵਾ ਮੈਨੂੰ ਬੜੀ ਤਕਲੀਫ ਹੁੰਦੀ, ਦੁੱਖ। ਤੇ ਅਸੀਂ ਬਲਕਿ ਇਜਲਾਸ 'ਚ ਸ਼ਾਮਲ ਸਾਂ ਤੇ ਮੈਨੂੰ ਫੋਨ ਆ ਗਿਆ ਕਿ ਸੈਦ ਅਲੀ ਦਾ ਬੇਟਾ ਫੌਤ ਹੋ ਗਿਆ। ਤੇ ਮੇਰੇ ਵਾਸਤੇ ਬੜਾ ਵੱਡਾ ਇੱਕ ਸ਼ਾਕ ਗੁਜ਼ਰਿਆ ਕਿ ਕਿਹੜਾ ਸੈਦ ਅਲੀ ਦਾ ਬੇਟਾ ਜਿਹੜਾ ਫੌਤ ਹੋ ਗਿਆ। ਕਿ ਅਨਫੋਰਚੂਨੇਟਲੀ ਮਤਲਬ ਕਿਉਂਕਿ ਮੈਂ ਇੱਥੇ ਡੇਲੀ ਵੇਜਸ ਤੇ ਇੱਕ ਦੂਜੇ ਨੂੰ ਅਸੀਂ ਮਿਲਣ ਵਾਲੇ ਹਾਂ, ਹਰ ਤਰ੍ਹਾਂ ਦੀ ਸਾਡੀ ਸ਼ੇਅਰਿੰਗ ਹੁੰਦੀ ਹੈ, ਤੱਕ ਰਿਸ਼ਤੇਦਾਰ ਤੱਕ ਜਾਣਦੇ ਨੇ ਠੀਕ ਕਿ ਮੇਰੀ ਜੱਟ ਫੈਮਿਲੀ ਇਹ ਪਠਾਨ ਨੇ, ਲੇਕਿਨ ਸਾਡਾ ਆਪਸ ਦੇ ਵਿੱਚ ਕੋਈ ਫਰਕ ਨਹੀਂ ਗਾ ਅਲਹਮਦੁਲਿਲਾ। ਤੇ ਇਹ ਮੈਂ ਫੌਰੀ ਤੌਰ ਤੇ ਇਜਲਾਸ ਨੂੰ ख़त्म ਕੀਤਾ ਤੇ ਮੈਂ ਮੁਖਤਲਿਫ ਲੋਕਾਂ ਦੇ ਨਾਲ ਰਾਬਤਾ ਕਰਨਾ ਸ਼ੁਰੂ ਕਰਤਾ ਕਿ ਕਿੱਥੇ ਮਾਮਲਾ ਹੈਗਾ। ਪਤਾ ਲੱਗਾ ਜੀ ਇਕਬਾਲ ਟਾਊਨ। ਉੱਥੇ ਪਹੁੰਚੇ ਤੇ ਜਦੋਂ ਉੱਥੇ ਅਸੀਂ ਤਫਤੀਸ਼ੀ ਦੇ ਕਮਰੇ ਮੈਂ ਪਹੁੰਚਿਆ, ਰਸ਼ ਤੇ ਲੱਗਾ ਸੀ ਕਾਫੀ ਮੇਰੇ ਤੋਂ ਪਹਿਲੇ। ਤੇ ਉੱਥੇ ਜ਼ਿਆਦਾਤਰ ਜੋ ਦੇਖਿਆ ਗਿਆ ਕਿ ਜਿਹੜੇ ਇਨਵੈਸਟੀਗੇਸ਼ਨ ਇੰਚਾਰਜ ਸਾਹਿਬ ਸਨ ਉਹਨਾਂ ਨੇ ਮਜਮੂਈ ਤੌਰ ਤੇ ਇਹਨਾਂ ਨੂੰ ਮੋਟੀਵੇਟ ਕਰ ਲਿਆ ਸੀ ਕਿ FIR ਨਹੀਂ ਕਰਾਣੀ, ਇਹਦਾ ਪੋਸਟਮਾਰਟਮ ਨਾ ਹੋਵੇ। ਅੱਛਾ, ਹਾਂਜੀ। ਮਤਲਬ ਮੁਕੱਦਮਾ ਹੀ ਦਰਜ ਨਹੀਂ ਕਰਾਉਣਾ। ਬਿਲਕੁਲ ਬਲਕਿ ਸਾਡੀ ਐਸੋਸੀਏਸ਼ਨ ਔਰ ਇੱਥੋਂ ਸਾਡੇ ਸਬਜ਼ਦਾਰ ਸਕੀਮ ਦੇ ਅੱਛੇ ਲੋਕ ਜਿਹੜੇ ਕਿ ਕਾਰੋਬਾਰੀ ਲੋਕ ਨੇ ਮੁਤਫਿਕ ਹੋ ਚੁੱਕੇ ਸਨ। ਜਦੋਂ ਮੈਂ ਗਿਆ ਕਿਉਂਕਿ ਮੈਂ ਬੱਚੇ ਨੂੰ ਵੀ ਜਾਣਦਾ, ਉਹਦੇ ਪਿਓ ਨੂੰ, ਉਹਦੇ ਦਾਦੇ ਨੂੰ, ਉਹਦੇ ਤਾਏ ਨੂੰ, ਉਹਦੇ ਸਾਰੇ ਜਿਹੜੇ ਅਜ਼ੀਜ਼ ਨੇ ਤੇ ਉਹ ਇਹਨਾਂ ਦੇ ਸਾਰੇ ਮਾਹੌਲ ਜਾਣਦੇ ਆ। ਤੇ ਮੈਨੂੰ ਆਖਿਆ, ਮੈਂ ਕਿਹਾ ਯਾਰ ਤੁਸੀਂ ਇਹ ਕਿਉਂ ਮਤਲਬ ਇੱਕ ਵਕੂਫ ਪਜ਼ੀਰ ਹੋਇਆ, ਉਸ ਦੀ FIR ਤੇ ਡੈਫੀਨੇਟਲੀ ਦਰਜ ਹੋਣੀ ਚਾਹੀਦੀ ਕਿ ਇੱਕ ਬੱਚਾ ਘਰੋਂ ਜੁਮਾ ਪੜ੍ਹ ਕੇ ਨਿਕਲਦਾ ਹੈ ਕੋਈ ਦੋਸਤਾਂ ਦੇ ਨਾਲ ਤੇ ਸ਼ਾਮੀ 7-8 ਵਜੇ ਪਤਾ ਲੱਗਦਾ ਕਿ ਉਹ ਦੇਖਿਆ ਕਿ ਮਤਲਬ ਕਿ ਉਹ 7-8 ਵਜੇ ਹੋ ਗਿਆ ਤੇ ਉੱਥੇ ਬੈਠਾ ਪੂਰਾ ਦਫ਼ਤਰ ਜਿਹੜਾ ਉਹਨਾਂ ਦਾ ਭਰਿਆ ਤੇ ਮੈਂ ਵੀ ਉੱਥੇ ਜਾ ਕੇ ਬੈਠ ਗਿਆ। ਮੇਰੇ ਨਾਲ ਮਲਕ ਸਾਹਿਬ ਵੀ ਉਦੋਂ ਕਿਤੇ ਕਰੀਬ ਵੀ ਅਸੀਂ ਅੱਗੇ ਪਿੱਛੇ ਗਏ ਹਾਂ ਥਾਣੇ ਨਾ। ਇਹ ਮਤਲਬ ਥਾਣੇ ਕਚਹਿਰੀ ਨੂੰ ਜਾਣਦੇ ਨੇ ਔਰ ਮਾਸ਼ਾਅੱਲਾ ਸਹਾਫੀ ਵੀ ਨੇ, ਵਕੀਲ ਵੀ ਨੇ। ਤੇ ਉਹ ਉੱਥੇ ਅਸੀਂ ਬਲਕਿ ਇਹ ਤੇ ਕਹਿਣ ਲੱਗੇ ਕਿ ਠੀਕ ਹੈ ਜੀ ਜਿਸਮ ਨਾ ਖਰਾਬ ਹੋਵੇ ਜੀ, ਇਸ ਤਰ੍ਹਾਂ ਜੋ ਇਹਨਾਂ ਦੀ ਮੋਟੀਵੇਸ਼ਨ ਸੀ ਕਿ ਪੋਸਟਮਾਰਟਮ ਨਾ ਕੀਤਾ। ਪੁਲਿਸ ਨੇ ਕਹਿਤਾ ਨਾ ਕਿ ਜੀ ਪੋਸਟਮਾਰਟਮ ਹੋਏਗਾ, ਟਾਈਮ ਲੱਗੇਗਾ, ਡੈਡ ਬੋਡੀ ਡੇਟ ਮਿਲੇਗੀ। ਕਿਉਂਕਿ ਮੇਰੇ ਤੋਂ ਪਹਿਲੇ ਉੱਥੇ ਉਹ ਮੁੰਡਾ ਜਿਹੜਾ ਮੁਲਜ਼ਮ ਹੈ ਉਹ ਆਪਣੇ ਪਿਓ ਦੇ ਨਾਲ ਹੋ ਕੇ ਜਾ ਚੁੱਕਾ ਸੀ, ਜਿਹਨੇ ਕਿ ਇਹਨਾਂ ਦੇ ਨਾਲ ਅਫਸੋਸ ਵੀ ਨਹੀਂ ਕੀਤਾ। ਬਾਪ ਦੀ ਗੱਲ ਕਰਨਾ, ਮੁਲਜ਼ਮ ਦਾ ਬਾਪ ਜਿਹੜਾ ਕਿ ਇੰਸਪੈਕਟਰ ਹੈ। ਹਾਂਜੀ। ਤੇ ਉਹਨੇ ਜਿਹੜਾ ਮਕਤੂਲ ਹੈ ਉਸਦੇ ਪਿਓ ਦੇ ਨਾਲ ਅਫਸੋਸ ਨਹੀਂ ਕੀਤਾ ਜਾਂ ਉਸਦੇ ਕਿਸੇ ਚਾਚੇ ਤਾਏ ਦੇ ਨਾਲ। ਤੇ ਉਹਨੇ ਆਪਣੇ ਬੱਚੇ ਨੂੰ ਫੜਿਆ ਔਰ ਜ਼ਾਹਿਰ ਉਹਨਾਂ ਨੂੰ ਕੋਈ ਜ਼ੋਮ ਹੋਏਗਾ, ਜ਼ਾਹਿਰ ਉਹ ਮਤਲਬ ਇੱਕ ਡਿਪਾਰਟਮੈਂਟ ਦੇ ਬੰਦੇ ਸਨ। ਤੇ ਉਹ ਮੈਂ ਉੱਥੇ ਰੌਲਾ ਪਾਤਾ, ਮੈਂ ਕਿਹਾ ਜੀ ਨਹੀਂ ਅਸੀਂ FIR ਜ਼ਰੂਰ ਕਰਾਣੀ ਹੈ, ਨਾ ਕਿਸੇ ਦਾ ਨਾਂ ਲਿਖਾਓ, ਅਸੀਂ ਨਾਂ ਨਹੀਂ ਨਾਮਜ਼ਦ ਕਰਦੇ, ਨਾਮਲੂਮ ਤੇ FIR, ਨਾਮਲੂਮ ਤੇ ਤੁਸੀਂ FIR ਠੀਕ ਹੈ। ਤਾਂ ਤੇ ਇਨਸਾਫ ਚਾਹੀਦਾ। ਹਾਂ, ਇਨਸਾਨ ਮੁਲਜ਼ਮ ਫੜੇ ਜਾਣ। ਸੈਦ ਅਲੀ ਭਾਈ ਵੀ ਕਹਿੰਦੇ ਨੇ ਕਿ ਨਾ ਕਰੋ, ਛੱਡੋ। ਦੂਸਰੇ ਭਾਈ ਵੀ। ਮੈਂ ਕਿਹਾ ਸੈਦ ਅਲੀ ਭਾਈ ਤੁਸੀਂ ਸਾਰੇ ਪਾਕਿਸਤਾਨ ਨੂੰ ਮਾਫ ਕਰ ਦਿਓ, ਸਾਰਾ ਕੁਝ ਕਰ ਦਿਓ, ਕਮ ਅਜ਼ ਕਮ ਇੱਕ ਮਨਖ ਤੇ ਨਹੀਂ ਰਹੇਗਾ, ਸਾਡੇ ਦਿਲ 'ਚ ਕੋਈ ਭੁਲੇਖਾ ਤੇ ਨਹੀਂ ਰਹੇਗਾ। ਠੀਕ ਹੈ। ਕੱਲ੍ਹ ਨੂੰ ਕੋਈ ਮਸਲਾ ਤੇ ਨਹੀਂ ਹੋਵੇਗਾ। ਅਗਰ ਹੋਏਗਾ ਤੇ ਜਿਹੜਾ ਤੁਸੀਂ ਅੱਲਾ ਵਾਸਤੇ ਮਾਫ ਕਰ ਦਿਓ, ਮੈਨੂੰ ਉਹਦਾ ਕੋਈ ਨਹੀਂ, ਲੇਕਿਨ FIR ਵੀ ਕਰਾਣੀ ਤੇ ਪੋਸਟਮਾਰਟਮ ਹੀ ਕਰਾਣਾ। ਬਹਰਹਾਲ ਮਲਕ ਸਾਹਿਬ ਨੇ ਮੇਰਾ ਕਾਫੀ ਸਾਥ ਦਿੱਤਾ। ਬਹਰਹਾਲ ਅਸੀਂ ਸੈਦ ਅਲੀ ਖਾਨ ਸਾਹਿਬ ਨੂੰ ਅਸੀਂ ਮਨਾਉਣ ਤੇ ਐਗਰੀ ਕਰ ਲਿਆ ਕਿ ਜੀ FIR ਵੀ ਹੋਏਗੀ ਔਰ ਪੋਸਟਮਾਰਟਮ ਵੀ ਕਰਾਣਾ। ਠੀਕ ਹੈ। ਫਿਰ ਜਨਾਬ ਉੱਥੇ ਕਾਫੀ ਗੈਦਰਿੰਗ ਸੀ, ਅਸੀਂ ਉਹ ਐਪਲੀਕੇਸ਼ਨ ਲਿਖੀ ਜੀ, ਐਪਲੀਕੇਸ਼ਨ ਲਿਖ ਕੇ ਦਿਓ। ਵਕਤਰ ਫਕਤਰ ਮੁਖਤਲਿਫ ਜ਼ਰਾਏ ਤੋਂ ਸਾਨੂੰ ਕਹਿੰਦਾ ਗਿਆ ਕਿ ਛੱਡੋ ਪਰਾਂ ਕੀ ਕਰਨਾ ਜੀ, ਅਸੀਂ ਆਖਿਆ ਨਹੀਂ ਜੀ ਜ਼ਰੂਰ ਕਰਨਾ। ਲਓ ਜੀ ਅਸੀਂ ਕੁਝ ਦਿਨ ਚੜ ਗਿਆ ਉੱਥੇ ਸਾਨੂੰ। ਠੀਕ ਹੈ। ਰਾਤ ਸਾਰੀ ਗੁਜ਼ਰ ਗਈ ਹੈ। ਠੀਕ ਹੈ। FIR ਨਹੀਂ ਹੋਈ। SHO ਸਾਹਿਬ ਮਿਲੇ ਨੇ। SHO ਸਾਹਿਬ ਸਾਨੂੰ ਜਿਹੜੀ ਗੱਲ ਸੁਣਾਈ ਉਹ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਸੁਣੀ। ਇਸ ਬੱਚੇ ਦੇ ਹਵਾਲੇ ਨਾਲ ਕਿ ਜੀ ਬੱਚਾ ਤਾਂ ਨਸ਼ਈ ਹੈ। ਮੈਂ ਕਿਹਾ ਜਨਾਬ ਕੀ ਕਰਦੇ ਹੋ? ਬੱਚਾ ਦੀ ਅਗਰ ਤਸਵੀਰ ਦੇਖੀ ਜਾਏ ਹਾਂ ਜੀ ਤੇ ਉਹ ਮੇਰਾ ਖਿਆਲ ਸਾਰੇ ਨਸ਼ੇ ਵਾਲੀ ਤਾਂ ਸੂਰਤ ਵਾਲੀ ਕੋਈ ਨਹੀਂ ਨਾ। ਅੱਛਾ। ਤੇ ਉਹ ਚਲੋ ਮੈਂ ਕਿਹਾ ਜੀ ਜੋ ਵੀ ਹੈ ਹੁਣ ਦੇਖੋ ਅਸੀਂ ਗਏ ਆਵਾਮ 'ਚੋਂ, ਅਸੀਂ ਮਾੜੇ ਲੋਕ ਹਾਂ, ਪਬਲਿਕ ਹਾਂ, ਅਸੀਂ
ਸਾਡੇ ਦਸਤਰਸ ਇੰਨੇ ਨਹੀਂ ਹੁੰਦੇ। ਅਸੀਂ ਆਖਿਆ ਕਿ ਚਲੋ ਠੀਕ ਹੈ ਜੀ, ਤੁਸੀਂ FIR ਦੇ ਦਿਓ, ਬਕਾਇਆ ਜੋ ਅੱਲਾ ਨੂੰ ਮਨਜ਼ੂਰ ਹੈ, ਵਕਤ ਆਪ ਹਰ ਸ਼ੈ ਦੱਸੇਗਾ। ਹੁਣ ਉਹਦੇ ਚ ਸੂਰਤ ਹਾਲ ਇਹ ਵੇ ਕਿ ਘਰੋਂ ਪੈਸੇ ਵੀ ਲੈ ਕੇ ਗਿਆ, ਬੱਚੇ ਕੋਲ ਪੈਸੇ ਹੁੰਦੇ ਸਨ, ਮਾਸ਼ਾਅੱਲਾ ਪਿਓ ਸੌਖਾ ਹੈ, ਆਪ ਸੌਖਾ ਸੀ, ਲਾਡਲਾ ਸੀ ਬੜਾ, ਔਰ ਖਾਂਦੇ ਪੀਂਦੇ ਰਹਿਣਾ, ਉਹਨੇ ਆਪ ਹੀ ਖਾਣਾ ਨਾਲ ਦੂਸਰੇ ਨੂੰ ਖਵਾਉਣਾ, ਖਾਣ ਪੀਣ ਦਾ ਸ਼ੌਕੀਨ। ਘੜੀ ਉਹਦੇ ਕੋਲ ਸੋਹਣਾ ਉਹਨੇ ਡਰੈਸਿੰਗ ਕੀਤੀ ਹੁੰਦੀ ਸੀ, ਮਤਲਬ ਮੈਂ ਅੱਲਾਹੁ ਅਕਬਰ ਕਬੀਰਾ। ਬਹੁਤ ਜ਼ੁਲਮ ਹੋਇਆ ਹੈ मोहतरम, बहुत बड़ा जुल्म होया है। अच्छा ਹੁਣ ਤੁਸੀਂ ਮੁਤਬਾਦਲ ਨਹੀਂ। ਪਹਿਲੇ ਦੀ ਤੁਸੀਂ ਸੂਰਤ ਹਾਲ ਦੱਸੀ ਕਿ FIR ਹੀ ਦਰਜ ਨਹੀਂ ਹੋ ਰਹੀ ਸੀ। जी ਚਲੋ ਕੋਸ਼ਿਸ਼ ਕੀਤੀ तमाम ਦੋਸਤਾਂ ਨੇ, FIR ਹੋ ਗਈ, ਜਿਹੜਾ ਤੁਹਾਡਾ ਬੁਨਿਆਦੀ ਹੱਕ ਸੀ। ਜੀ। ਇਨਵੈਸਟੀਗੇਸ਼ਨ ਹੁਣ ਕਿੰਨੀ ਕੁ ਤੇਜ਼ੀ ਨਾਲ ਚੱਲ ਰਹੀ ਹੈ ਔਰ ਕਿੰਨੇ ਕੁ ਕਾਮਯਾਬ ਹੋ ਗਏ ਹੋ ਤੁਸੀਂ? ਜੀ ਦੇਖੋ, ਅਸੀਂ ਤੇ ਆ ਜਾ ਕੇ ਅਸੀਂ ਤੇ ਇਨਵੈਸਟੀਗੇਸ਼ਨ ਜ਼ਾਹਰ ਹੈ, ਅਸੀਂ ਜਿਹੜੇ ਲੋਕ ਹਾਂ ਆਵਾਮ ਚੋਂ, ਸਾਡਾ ਬਲੀਵ ਹੀ ਇਹਨਾਂ ਤੇ ਕਿ ਤਫਤੀਸ਼ ਹੋਏਗੀ। ਹੁਣ ਤੇ ਜਿਸ ਤਰ੍ਹਾਂ ਦੇ ਇੰਤਜ਼ਾਮ ਔਰ ਨਿਜ਼ਾਮ ਹੋ ਚੁੱਕਿਆ ਹੈ, ਕੋਈ ਛੁਪ ਨਹੀਂ ਸਕਦਾ। ਮਤਲਬ ਜਿਵੇਂ ਬੱਚਾ ਉਹਦਾ ਮਰਡਰ ਕਿਤੇ ਕੀਤਾ ਗਿਆ ਹੈ, ਉਸ ਨੂੰ ਟਰੈਕ ਕਰਨ ਵਾਸਤੇ ਕਿਸੇ ਹੋਰ ਜਗ੍ਹਾ ਤੇ ਲਿਜਾਇਆ ਗਿਆ ਹੈ ਤੇ ਯਕੀਨਨ ਉਹਦੇ ਕੋਲ ਪੈਸੇ ਸਨ, ਉਹ ਨਹੀਂ ਮਿਲੇ, ਹਾਂ। ਮੋਬਾਈਲ ਸੀ ਉਹ ਨਹੀਂ ਮਿਲਿਆ, ਜੀ, ਜੀ। ਘੜੀ ਸੀ ਉਹ ਨਹੀਂ ਮਿਲੀ, ਹਾਂ। ਤੇ ਉਹ ਇਹਦਾ ਮਤਲਬ ਹੈ ਕਿ ਡਕੈਤੀ ਹੋਈ, ਡਕੈਤੀ Definitely ਨਹੀਂ ਉਸ ਵਿੱਚ ਕੀਤਾ, ਫਿਰ ਉਹਦੇ ਬਾਅਦ ਉਹਨੂੰ ਕਤਲ ਕਰਤਾ। ਬਕਾਇਦਾ ਤੌਰ ਤੇ ਔਰ ਮੈਂ ਤੇ postmortem ਬਲਕਿ report- ਇਸ ਤੋਂ ਮੈਂ ਥੋੜਾ ਜਿਹਾ ਅੱਗੇ ਜਾਣਾ ਚਾਹੁੰਦਾ ਕਿ ਉਹਨਾਂ ਨੇ ਅਗਵਾ ਕੀਤਾ ਹੈ, ਅਗਵਾ ਕਰਕੇ ਉਸ ਦੇ ਨਾਲ ਵਾਰਦਾਤ ਪਾਈ ਹੈ ਔਰ ਉਸ ਨੂੰ ਕਤਲ ਕੀਤਾ ਹੈ। ਕਤਲ ਕੀਤਾ। ਮੇਨ ਜਿਹੜਾ ਇਸ਼ੂ ਹੈ ਬਿਲਕੁਲ ਐਸਾ ਹੀ। ਕਿ ਉਹਨੂੰ ਲੈ ਕੇ ਗਏ ਨੇ, ਇਹ ਨਹੀਂ ਗੱਲ ਕਿ ਬੱਚਾ ਆਪ ਚੱਲ ਕੇ ਗਿਆ, ਨਹੀਂ, ਘਰੋਂ ਆ ਕੇ ਲੈ ਕੇ ਗਏ, ਘਰੋਂ ਆ ਕੇ ਲੈ ਔਰ ਕੇ ਪੋਸਟਮਾਰਟਮ ਰਿਪੋਰਟ ਵੀ ਦੱਸਦੀ ਕਿ ਗਲਾ ਦਬਾ ਹਾਂ ਕੇ ਜੀ। ਕਤਲ ਕੀਤਾ ਉਹ ਗਿਆ। ਪੋਸਟਮਾਰਟਮ ਰਿਪੋਰਟ ਜਿਹੜੀ ਹੈ, ਉਹ ਜਿਹੜੇ ਸਾਡੇ ਕੀ ਹੁੰਦੇ ਨੇ, ਲੰਗਸ ਹੁੰਦੇ ਨੇ, ਇਹ ਬਕਾਇਦਾ ਤੌਰ ਤੇ ਬਬਲਸ ਦੇ ਅਪ ਹੋ ਜਾਂਦੇ ਨੇ ਅਗਰ ਕਿਸੇ ਦਾ ਸਾਹ ਦਬਾਇਆ ਜਾਵੇ। ਹੁਣ ਅਸੀਂ ਡਾਕਟਰ ਤਾਂ ਨਹੀਂ, ਲੇਕਿਨ ਮੈਂ ਸੁਣਿਆ, ਡਾਕਟਰਾਂ ਕੋਲ ਹੀ ਸੁਣਿਆ ਠੀਕ। ਤੇ ਉਹ ਬਕਾਇਦਾ ਤੌਰ ਤੇ ਉਹਦੇ ਨਿਸ਼ਾਨ ਮੌਜੂਦ ਨੇ। ਫਿਰ ਉਸਦੇ ਜਿਹੜੇ ਗਰਦਨ ਦਾ ਜਿਹੜਾ ਖਾਸ ਤੌਰ ਤੇ ਮਤਲਬ ਉਹਦੇ ਉੱਥੇ ਨਿਸ਼ਾਨ ਹੈਗੇ ਨੇ, ਉਹਦੇ ਬਾਜ਼ੂ ਤੇ ਨਿਸ਼ਾਨ ਨੇ, ਜਿਹਦੇ ਤੇ ਕੀਤਾ ਜਾ ਰਿਹਾ ਕਿ ਜ਼ਦੋਖੋਬ ਕੀਤਾ ਗਿਆ, ਤਸ਼ੱਦਦ ਕੀਤਾ ਗਿਆ ਹੈ ਜਾਂ ਦਬਾਇਆ ਗਿਆ ਉਹਨੂੰ। ਹਾਂ ਜੀ, ਉਸ ਨੂੰ ਦਬਾਇਆ ਗਿਆ। ਠੀਕ ਹੈ। ਤੇ ਬਹਰਹਾਲ ਇਹਦੇ ਚ ਹੁਣ ਤਫਤੀਸ਼ ਵਾਲੀ ਜਿਹੜੀ ਸੂਰਤ ਹਾਲ ਹੈ, ਸਾਡਾ ਡਿਪੈਂਡ ਤੇ ਇਹਨਾਂ ਤੇ ਹੀ ਹੈ। ਇੱਥੋਂ ਅੱਗੇ ਫਿਰ ਅਦਾਲਤ ਅੱਲਾਹ ਕਰੀਮ ਆਸਾਨੀਆਂ ਕਰੇਗਾ। ਇਨਸਾਫ ਜਿਹੜਾ ਇਨਸਾਫ ਹੋਣਾ ਚਾਹੀਦਾ, ਸਾਡਾ ਮੁਤਾਲਬਾ ਵੀ ਇਹੀ ਹੈ ਔਰ ਬੜੇ ਆਸਾਨ ਤਰੀਕੇ ਦੇ ਨਾਲ। ਬਾਕੀ ਉਹ ਅਸਰਅੰਦਾਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮਤਲਬ ਉਹਨਾਂ ਨੂੰ ਸਹੂਲਤਾਂ, ਚਲੋ ਸਹੂਲਤਾਂ ਹਰ ਬੰਦਾ ਦੇਵੇ ਆਪਣੇ ਮੁਤਾਬਕ, ਲੇਕਿਨ ਸੱਚ ਹੋਣਾ ਚਾਹੀਦਾ, ਹੱਕ ਹੋਣਾ ਚਾਹੀਦਾ। ਬਿਲਕੁਲ ਠੀਕ ਹੈ। ਦਿਓ ਜੀ ਮਾਈਕ। ਭਾਈ ਤੁਸੀਂ ਆਪਣਾ ਨਾਮ ਦੱਸੋ, ਤੁਸੀਂ ਗਵਾਹ ਵੀ ਹੋ FIR ਦੇ ਵਿੱਚ? बिल्कुल। ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਇਸ ਕੇਸ मेरा पर? नाम सद्दीक आलम है। क्योंकि मैं उस लड़के से तकरीबन समझ लें रोज़ 6-7 घंटे की मुलाकात थी। उसने आना दफ्तर, तो उधर भी साथ ही इकट्ठे, फिर इधर शाम को होनी मुलाकात, सारा ठीक है। होती रहती थी। एक भाईचारे वाला उसके साथ सिस्टम हो गया ठीक है। कि मैं नहीं आया तो उसने मुझे फ़ोन करना है, भाई किधर है भाई तू? मैं कहा मैं आ रहा हूँ, बस सब्र कर। इसी तरह करते कराते ना, तो ये मैं यहाँ से गुजरा हूँ तो खान साहब बाहर खड़े हैं, सैद अली साहब परेशान से थे। मैं कहा क्या मसला? कहते इस तरह वो गया हुआ आया नहीं अभी तक। मैं कहा चलाओ कोई दोस्त वगैरह है तो देख लेते हैं किधर है। मैं उनको लेके चला गया हूँ देखने। इसी तरह ही फ़ोन आता है हमें, हम करते कराते मैं नंबर लेके उसको फ़ोन करता हूँ, वो कहता है मैं तो 8 बजे छोड़ा, मैं फैमिली में हूँ, मेरे से भी बात ना करो। उसके मैसेजेस भी मुझे मौजूद है, वो भी तस्वीरें दी हैं उनको सारी। ठीक है। बस करते इन्होंने फिर इस तरह ही सारा बकुआ जिस तरह चौधरी बिलाल साहब ने बताया, फिर थाने चले गए हैं, इसी तरह ही करते कराते रहे हैं। अच्छा भाई, ये बताएं कि आपने कहा कि आपके साथ उसका काफ़ी टाइम गुजरता हाँ जी। था, तो ये जिस तरह चौधरी साहब ने बताया कि SHO साहब ने जो इकबाल टोन बिल्कुल। के हैं, उन्होंने कह दिया जी बच्चा तो नशा करता था। बिल्कुल। तो आपको कोई था ऐसा कि कोई नशे वाली बात, उसकी तस्वीर, नशा उसकी तो- सेहत, उसकी जिसामत, उसकी नशे वाले तो ऐसे नहीं होते हैं। नशा तो दूर की बात है, सादा सिगरेट पीते नहीं इसको मैंने देखा। मैं खुद पीता हूँ, मैंने इसको कहा भी है, वो कहता है नहीं भाई मैं पीता ही नहीं। हाँ ठीक है। और जिसके साथ उसकी दोस्ती थी या उसका क्लास फेलो था या उसके साथ पढ़ता रहा है, मोहम्मद अली, वो तो मुलजिम शक्ल से जो हाँ जी। तस्वीर है उसकी, वो तो बिल्कुल। नशे का आदी लगता है और शायद उसने कोई अपने नशे की ज़रूरत को पूरा करने के लिए उससे बिल्कुल। चीज़ें छीनी ऐसे ही और हुआ। कत्ल किया। ऐसा ही ऐसे ही है। है। और कुछ कहना चाहते हैं आप? बस ये है कि अब जिस तरह मैं थाने भी साथ आता जाता रहता हूँ उधर अक्सर, क्योंकि मैं जब गया हूँ ना, उसका बाप आगे बैठा होता था अपना, क्योंकि वो इंस्पेक्टर है, वो कहता है किसी तरह मुझे रिलीफ मिल जाए। अच्छा। तो बस यही कोशिश करता रहता है कि मुझे किसी तरह रिलीफ मिल जाए, मेरे बेटे को रिलीफ मिल जाए।
ये कोशिशों में वो लगा हुआ है। जब गए हैं वो आगे ज़रूर 2-2 4-4 घंटे बैठा रहता है उधर ही कि किसी तरह, क्योंकि इंस्पेक्टर है ना स्पेशल ब्रांच को, हाँ तो इनको दाबे दुबे मारता है कि मैं खुद इंस्पेक्टर हूँ या मैं तुम्हें पूछ लूँगा, कल को मैं आ गया सीट पे तो फिर बताऊँगा किस तरह करते हैं। ये चीज़ें वो करते रहते हैं। हमें बस सच की बुनियाद पे बस हक चाहिए और कुछ। आप अभी बड़ी तफसील इसके बारे में बता रहे थे कि मुकदमा जो है वो तो दर्ज नहीं हो रहा था, फिर जिस तरह इन्होंने बताया चौधरी साहब ने कि आपको शुबा गुजरा और आपने कोशिश की, क्या कहेंगे आप? मेरा नाम मलिक आरिफ है, मैं अंजुमन ताजहां चूजी का सदर हूँ, ठीक है चूजी जी। सेंटर का। तो असा 40-50 साल से यहाँ रहायश पजीर हूँ। मेरे इनके साथ ज़ाती ताल्लुकात हैं, दोस्ताना है। ठीक मुझे है। रात को 11-12 बजे फ़ोन आया कि साद अली का बेटा जो है ना वो उधर पड़ा हुआ है नीलम ब्लॉक के पास। मैं ये सब थाने हैं, मैं थाने गया, वहाँ जो रवैया पुलिस का देखा वो तो मैं अपनी आंखों से सारी चीज़, बाद में भी मैं इसमें मुशाहदे में रहा कि हमने एक एप्लीकेशन दी। पहले तो वो मान ही नहीं रहे थे कि ये कत्ल है, ठीक है। वो कह रहे थे कि ये हार्ट अटैक हुआ है, हार्ट अटैक हुआ है, ये हार्ट अटैक की वजह से फोत हो गया है। सही है, बच्चे की बॉडी जहाँ हम उसे ज़ाती तौर पर जानते थे कि ये हार्ट अटैक नहीं होने वाला। और 22 साल की उम्र, हार्ट अटैक तो खैर हो सकता है और किसी सबसे बड़ी बात इन्होंने किसी ने भी नहीं बताया, ये 5 वक्त के सारी फैमिली भी नमाजी हैं। ये कारोबार छोड़ देंगे, नमाज नहीं छोड़ेंगे। ठीक है। इस फैमिली की ये नहीं है कि कोई जराइम पेशा है या कोई इससे बात है, ये 5 वक्त की सारी फैमिली नमाजी है। ठीक है, जब भी देखा ना कि नमाज हुई है, उन्होंने कहा जी चलें नमाज पढ़ने चलें। ठीक है। जब उधर गए हैं, एप्लीकेशन ली है, जब मैंने डेस्क पर दी है, इसके वालिद की हालत तो ऐसी नहीं थी, उन्होंने पकड़ी है, इंदराज नहीं किया। जबकि पुलिस का काम था कि इंदराज करते, तफ्तीश में बताते कि ये गुनाहगार है या नहीं है, ये FIR आप फेक करा रहे हैं, ये वो। ठीक है। एप्लीकेशन दी, SHO साहब से मिले हैं, मैंने उनसे एक सवाल किया कि बच्चा जमील टाउन का रहने वाला है, सब्जादार का। सब्जादार जमील टाउन का रहने वाला है, ये इसकी बॉडी उस तरफ किस तरह चली गई, कौन इसे लेकर गया? आप फुटेज देखें, कोई ना कोई साथ होगा या किसी ने इसे मार कर उसे लाश फेंकी है या जो भी है। वो कहता है ये देखते हैं, आप वेट करें। सुबह हो गई 10 बजे तक, यानी कि पर्चा नहीं हुआ, पर्चा हो गया। जो तफ्तीश में अब चीज़ें सामने आई है ना, जो मोबाइल था वो कहीं बेचा हुआ था, 50,000 पर बेचा हुआ था, उसकी वो छोटा मोबाइल था वो बेचा हुआ था, घड़ी बेची हुई थी, ये चीज़ें तफ्तीश में उनसे बरामद होगी। जो उसके जो एक मुल्ज़म है, उसके बाप का रवैया ऐसा है कि ये मैं कानून का अहदेदार हूँ, मेरे बच्चे को छोड़ो, सबको फांसी लग जाए, तुम भी लग जाओ, हम भी लग जाए, मेरे बच्चे का कोई किसी का। लेकिन कानून तो सबके लिए बराबर है ना। लेकिन ये जो अपने कानून को हाथ में ले रहा है ना, या पुलिस दे दे प्रेशर है, या पुलिस ने अभी तक फैंडिंग नहीं लिखी। हाँ। आज 12 दिन का रिमांड हो गया, पुलिस ने कोई फैंडिंग नहीं लिखी कि हमने ये चीज़ें बरामद की हैं, जबकि सारी चीज़ें बरामद हो गई हैं। उसका मोबाइल वो भी बरामद हुआ, दूसरा बड़ा मोबाइल आईफोन भी बरामद हो गया, घड़ी भी उसने बरामद बेच हो दिया गई। था, मुलजमों ने हाँ, बेच दिया था, वो भी बरामद हो गया। वो फैंडिंग नहीं लिखी इन्होंने, या उसमें ये गुनाहगार नहीं लिखा कि इनसे चीज़ें बरामद हुई हैं। वो खुद मानते हैं कि हमने कत्ल किया है। अच्छा। हमने घर में इसे बुला कर कत्ल कितने किया। लोग थे? 3 ये लोग? 4 लोग थे। 3 पकड़े गए हैं, 3 पकड़े चौथा गए हैं। कौन है? अभी तक चौथे मुल्ज़म को इन्होंने पकड़ा नहीं है। ये वो इनका दोस्त था, उनकी तरफ कोई ऐसी रेटें नहीं गई या कोई ऐसा मामला नहीं गया। किस चीज़ का दबाव है पुलिस को या इंस्पेक्टर को, मेन विटनेस जो होता है कि जिस तरह प्लानिंग की, कहाँ प्लानिंग हुई है। पहले भी ये दुबई, असल में ये तो सबसे बड़ी बात है कि ये दुबई पलट था। ठीक है। ये ओवरसीज था, यानी कि ये दुबई से आया यहाँ अपने घर में मिलने के लिए, इसने वापस चले जाना था। इसे उसके उन्हें पता था इसके पास पैसा है। ये कत्ल भी पैसों की वजह हुई, और कोई वजह नाम नहीं है कि पैसे उन्होंने और प्लानिंग करनी थी कि हो सकता है इससे मज़ीद पैसे मंगाते या जो भी करते उनसे इमरजेंसी में, या जो भी इन्होंने कत्ल की वारदात की है। वो खुद मानते हैं कि हमने कत्ल किया है। इसके बावजूद उसको पता होने के कत्ल हुआ है। ठीक है। कत्ल हुआ है, तो ये असंदाज इस तरह हो रहा है कि आप मुझे ये बताएं कि मेरे बेटे ने कत्ल किया, वो उसका किरदार इतना था या इतना,
जो लेकर गया है उसका बेटे ही लेकर गया है, बेटे ने ही अपनी टीम से मरवाया है। मेन तो हेड ये हुआ ना, सही है, उसे पता है कि ये हेड हो गया तो मेरा बेटा इसे सजा हो जाएगी, मैं अपने बेटे को किसी तरह बचाऊं। किसी के बेटे को उसे एहसास नहीं है कि बंदा अफसोस ही कर लेता है, यार आपका बेटा फोत हुआ है या ये वकूआ हुआ है, मुझे बड़ा दिली दुख है, जो मुझे उसे सज़ा मिलनी चाहिए, इतना तो हक बनता है ना। लेकिन पुलिस की मुझे ये मैलाफेडी नहीं समझ आ रही कि किस चीज़ का 12 दिन का रिमांड होने के बावजूद कि अभी तक उन्हें गुनाहगार नहीं, चीज़ें भी उनसे बरामद हुई हैं, सब कुछ उन्होंने किया। हमने तो इसमें नामजद किसी का FIR नहीं कटाई थी, हालांकि हर बंदा कह रहा था इसके बाद नामजद कर दिया उन्होंने, हाँ, अब नामजद किया हमने कहा तो तीमे बयान में में बयान में अगर हमने करना होता तो उस वक्त सब दबाव था हम पर कि इसके बेटे का नाम लो, इस इंस्पेक्टर का भी नाम लो, ये इसने मरवाया। लेकिन हमने कहा कि किसी बेगुनाह को किसी की चीज़ का कोई भी ऐसा हम अपने ऊपर नहीं, अल्लाह को जवाब दें कि किसी तरह इसे नामजद करें। हालांकि ये बाप की तरबियत है, ये बाप की प्लानिंग है कि ये इस तरह की वारदातें करें, नशे करें और नशे लोगों को कराएं और ये वारदात करें। इन्होंने, पुलिस ने अभी तक ये नहीं किया ये नशा, ये इसका बेटा भी करता है, ये नशा आया कहाँ से? इन्वेस्टिगेशन होनी चाहिए ना कि नशा खरीदा कहाँ से जाता है। इनके इलाके में SHO सब्ज़ादार के या उस एरिया के SHO के इल्म में ये चीज़ नहीं है कि ये नशा आया कहाँ। ये तफ्तीश तो पहली मरला है ना कि नशा आया कहाँ से, उसने किया या किसी ने किया या करवाया गया। हम तो ये कहेंगे कि ये ले गए, उसे जाकर नशा चीज खिलाई और मार दिया गला घोंट का। बिल्कुल ठीक, सेम सिंपल केस है, बिल्कुल सही है। इसका बाप जो अगर स्पेशल ब्रांच में वो कहीं से नशा लाता है कि अपने बेटे के जरिए बकवाता है, ये पुलिस ने अभी तक तफ्तीश नहीं की। अल्लाह को हमने ये तक नहीं कहा कि ये इसका बाप जो है, इसकी जो पोस्टिंग है, ये आया इस जराइम में मुलव्वस है कि नहीं, इसकी भी इंक्वायरी होनी चाहिए। बिल्कुल होनी चाहिए कि नहीं कि ये अगर नशा आया वहाँ पर, ये तो चीज़ अभी तक पुलिस ने डिसाइड नहीं की कि ये नशा कहाँ से आया। बिल्कुल इन्होंने जो वारदात की है, जहाँ से नशा खरीदा है, वो कौन लोग थे जो इन्हें नशा मुहैया आया? इसका बाप सप्लाई करता था या बाप का मेन रोल है? उसे बचाने के लिए, बाप को बचाने के लिए, बाप बेटे को बचाने के लिए ये सारा केस खराब कर रहे हैं। अगर तफ्तीश हो, आला काम से मेरी गुजारिश है, ये जी आला काम से मेरी गुजारिश है कि ये नशा वहाँ से आया किस तरह आया? इसका बाप जो इसकी सरपरस्ती करता था, आया उसने मुहैया किया, उसने एक गैंग तैयार किया कि ये गैंग है, ये लोगों से वारदात करे। इससे पहले क्या क्या वारदातें हुई हैं, ये पहली वारदात तो हो नहीं सकती इनकी। जिस तरह जराइम पेशा है, पहले भी इन्होंने बच्चे के साथ कुछ करने, कोई बच्चों के साथ करने की कोशिश किया, पुलिस को वो भी पता है, वो भी सबब मिसल पर नहीं लाया गया। ये चीज़ मेरी अल्लाह काम से गुजारिश है कि ये जो इंस्पेक्टर साहब हैं, इनकी पूरी तहकीकात की जाए, इनके मुतल्लक सारी की जाए कि आया ये गैंग मास्टर है या ये मुहैया करने वाला है या ये गैंग इसने तश्कील दिया हुआ है। क्योंकि जो हमारे क्वार्टोन के हैं ना, वो उनसे ज़्यादा सीनियर हैं। जो इन्वेस्टिगेशन इंचार्ज है वो सब इंस्पेक्टर है और ये इंस्पेक्टर है, सीनियर इंस्पेक्टर है। और ये नहीं कि कोई तमीज़ से आकर बोलता है, उनसे आकर शदीद किस्म का झगड़ा करता है कि तुम ये नहीं करोगे मैं तुम्हारा अंजाम ये कर दूंगा, मैं वो कर दूंगा, ये करूँगा, वो करूँगा। कोई भी होता है कि कोई भी पुलिस अफसर कहेगा कि जी मैं अपनी जान तो छुड़ाऊँ, ये तो इनका मामला है, ये कहीं और ले जाएँ या ये करें। इस हद तक CIA में जब लड़के को पकड़ाया, इसने इतना उसे अप्रोच किया, अब भी पुलिस को बड़ा दबाव में लाया हुआ है। इसकी आला काम से मेरी गुजारिश है कि ये तहकीकात शफाफ होनी चाहिए और इसमें जो मेरिट पर है, जो मेरिट पर जितना गुनाह किया उसको उसकी सजा मिलनी चाहिए। मेरी तो यही आला काम से गुजारिश है। बिल्कुल ठीक है जी, ये माइक इनको दे जी। आप अपना नाम बताइएगा जी और आप क्या कहना चाहते हैं इस कत्ल के हवाले से? हमारे साथ ही इधर छोटा ये बड़ा हुआ है, ठीक है। इसी इलाके में बहुत ही अच्छा और बहुत ही प्यारा बच्चा और बहुत ही एक मतलब है कि छोटों के साथ शफकत करना, बड़ों का इज्जत करना, वो तो लगता ही नहीं था। ऐसे जिस तरह पुलिस SHO साहब कह रहे थे कि ऐसे केस ना दर्ज करवाओ, तफ्तीश वगैरह ना करवाओ, तो बहुत ही इधर हमारे साथ ही ये बड़ा हुआ है, हमारी इज्जत करता था और पूरे इलाके को पता है, इधर पूरे इलाके को, शायद किसी से भी बाहर वाले किसी से भी पूछो
कि ये किस तरह अच्छा लड़का था। तो हमें ये समझ नहीं लगती कि ये कैसे उसको लेके गए हैं उधर, किस तरीके से लेके गए। ठीक है। तो बहरहाल जिस तरह बाकी भाइयों ने बात की है कि जो उसका अंदाज उसमें है, उसका भाई वो है, बाप है, इंस्पेक्टर है कोई, वो बार बार नहीं छुड़ा रहा उसको, तफ्तीशी को। उस दिन अदालत में भी ऐसी उनके साथ वो बातें हो गई थी। तो उसने कहा मैं वो अपना काम पूरा करूंगा चाहे जिस तरह भी हो। तो हमें तो लगता नहीं है कि इस तरह कोई उसने वो किया हो। बिल्कुल ठीक है जी। ये लेके गए हैं, कुछ तरीके से लेके गए हैं और उसको कत्ल करवाया है। बिल्कुल ठीक है। ये थे तासुरात उस मकतूल बच्चे के हवाले से, जो तमाम लोग उसके बारे में जानते हैं, उसको करीब से जानते हैं, उसके वालिद को जानते हैं, उसके ख़ानदान को जानते हैं। कोई भी हीनियस क्राइम हो, चाहे कत्ल की वारदात हो, डकैती मज़ामत की वारदात हो, और पुलिस की जो सुस्त रवि है और पुलिस का जो मकतूल लेकिन कोई मरने वाला हो उसके साथ लवाहिकीन का साथ जो उसका पुलिस का सलूक होता है वो आपके सामने है। इन्वेस्टिगेशन पुलिस, इन्वेस्टिगेशन विंग किसी किस्म का भी काम जो है वो बर वक्त कर नहीं पाती है। हमने नहीं देखा कि अगर कोई कत्ल की वारदात है तो मकतूल के लवाहिकीन को कोई गिला ना हो, कोई शिकवा ना हो। हमने कभी नहीं देखा कि मकतूल के लवाहिकीन जो हैं वो इन्वेस्टिगेशन पुलिस से बड़े खुश हों कि अगर तो मुलजिम पकड़ लिए हैं तो उसमें कोई ना कोई ताख़ीर की जाती है, कोई ना कोई उसमें मुख्तलिफ़ किस्म के हरबे इस्तेमाल किए जाते हैं। इस केस में भी यही है कि एक इंस्पेक्टर का बेटा है जो मंशियात का आदी है, उसने एक अपने पुराने दोस्त को बुलवाया या घर से लेके गया, उसको मोबाइल फ़ोन उसका, नकदी उससे छीनी और मुबैना तौर पर उसको कत्ल कर दिया। पुलिस ने 3 मुलजमान को गिरफ़्तार किया है, लेकिन जिस तरह से लवाहिकीन ने बताया कि कई रोज़ गुजरने के बाद भी अभी तक उनकी जो है वो कोई फैंडिंग, कोई सफ़ा मिसल का हिस्सा जो है उनको नहीं बनाया गया। दूसरी जानिब पुलिस का मौक़िफ़ ये है, जो इंचार्ज इन्वेस्टिगेशन इकबाल टोन है, उनसे मेरी बात हुई। उनका ये कहना था कि रिमांड पर हैं, आइंदा चंद रोज़ में उनका रिमांड ख़त्म होगा, लेकिन अभी तक कोई ऐसे शवाहिद नहीं मिले हैं जिस पे हम ये कह सकें कि गिरफ़्तार होने वाले जो मुलजमान हैं वो गुनहगार हैं। आज के प्रोग्राम में हमने आपको दिखाया कि किस तरह से एक नौजवान को 3 अफराद कत्ल कर देते हैं, और कत्ल की वारदात इतनी अनोखी थी कि उसकी डेड बॉडी को मोटरसाइकिल पर लटाकर कहीं फेंक कर फ़रार हो जाते हैं। पुलिस की इन्वेस्टिगेशन क्या कहती है ये भी हमने आपको बताया, लेकिन कत्ल होने के बाद ऑपरेशन पुलिस मुकदमा दर्ज क्यों नहीं करती? लेकिन लवाहिकीन के इसरार पर जब मुकदमा दर्ज किया जाता है तो पोस्टमार्टम रिपोर्ट आने के बाद पता चलता है कि मकतूल को गला दबाकर उसकी सांस बंद करके उसको कत्ल किया गया। ये था आज का जुर्म अंजाम। नए प्रोग्राम तक के लिए मुझे दीजिए इजाज़त। अल्लाह निगहबान।